कबित तेरी कृपा से, एक है अद्विती प्रकाशक है सत सोई। है प्रसिद्ध जग रचने पीहार है, पूर्ण निडर बैर नहीं तिस नाल किसे। काल तो रहत रूप जोन में न पार है, सुते प्रकाशी अति चेतन आनंद रूप। जपन के योग आदि सच निराकार है, सत जोग आद विच एको ही व्याप रहा। हुण भी जमाने विच सच्चा करतार है, अगे नो भी होसी करतार एक ज्योति रूप। अनिक द्वैत बिन जोई निरातार है, सोचन दे विच नहीं आमदा अकाल सोई। सोची जाओ भावें कोई लखा ही के वार है, चुप करे मन दी ता चुप कदे होवनी ना। तामे सम दम एहो कर दरकार है, भुखा मन कदे नहीं रज्जना पदार्थां तो। ਤਾਂ ਤੇ ਭਉ ਵੈਰਾਗ ਧਰੋ ਇਹੋ ਸੁਖ ਕਾਰ ਹੈ। ਸਹਿਸ ਸਿਆਣਪਾਂ ਦੀ ਸਮਝ ਨਾ ਕੰਮ ਆਵੇ, ਕਰਕੇ ਵਿਵੇਕ ਇਹੋ ਧਾਰੋ ਉਪਦੇਸ਼ ਕੋ। ਪੂਰਨ ਪਰਮੇ ਅਤੇ ਪੱਕੇ ਅਧਿਕਾਰੀ ਬਾਣ, ਸੱਚੇ ਗੁਰ ਦੇਵ ਪਾਸ ਕਰੀਏ ਆਦੇਸ਼ ਕੋ। ਕਿਵੇਂ ਸੱਚਿਆਰਾ ਬਣੇ ਕੂੜ ਦੀਜੇ ਪਾਲ ਹਟੇ। ਕਿਵੇਂ ਹਟੇ ਪਾਲ ਇਹੋ ਕਹੋ ਲਵਲੇਸ਼ ਕੋ। ਹੁਕਮ ਰਜਾਈ ਹੂੰ ਕੇ ਰਾਜੀ ਹੋਏ ਚੱਲਣਾ ਜੋ। ਹੋਵੇ ਸੱਚਿਆਰਾ ਟੁੱਟੇ ਕੂੜ ਦੀ ਹਮੇਸ਼ ਕੋ। ਆਦ ਪੌੜੀ ਵਿੱਚ ਗੁਰ ਮਹਾਵਾਕ ਰੂਪ ਸੱਚ, ਪੂਰਾ ਅਧਿਕਾਰੀ ਅਤੇ ਮੋਖ ਕੋ ਸਰੂਪ ਹੈ। ਦੂਸਰੀ ਉਚਾਰਾ ਈਸ ਹੁਕਮ ਬੇਅੰਤ आहे, ਬੁੱਝ ਲੈ ਹੁਕਮ ਹਉ ਕੱਟ ਕੇ ਅਨੂਪ ਹੈ। ਤੀਸਰੀ ਬੇਅੰਤ ਤਾਣ ਪੁਰਾਣ ਸੋ ਬੇਅੰਤ ਗਾਏ। ਪੰਚ ਰਾਤਰ ਨਿਸ਼ਾਨ ਦਾਤ ਗਾਮ ਦਾ ਅਜੂਪ ਹੈ। ਗੁਣ ਗਾਵੈ ਸਾਖ ਜੋ ਅਸੰਗ ਸੋ ਪੁਰਖ ਕਹੇ। ਵਿਦਿਆ ਵਿਖਮ ਨਿਆਏ ਉਚਰੇ ਸੋ ਭੂਪ ਹੈ। ਗਾਵਦਾ ਹੈ ਸਾਜੇ ਤਨ ਖੇਹ ਮੇ ਮਿਲਾਏ ਦੇ। ਕਾਲਵਾਦੀ ਹੈ ਜੋ ਵਿਸਿਖਕ ਪਿਆਰਿਆ। ਜੀਅ ਕਰਮ ਅਧੀਨ ਹੋਏ ਪੂਰਬ ਮੀਮਾਂਸਾ ਕਹੈ। ਜੋਗ ਬਿਨਾ ਦੂਰ ਹੈ ਪਤੰਜਲ ਉਚਾਰਿਆ। ਹਾਜ਼ਰ ਹਜੂਰ ਜਾਣ ਗਾਵਦਾ ਵੇਦਾਂਤ ਇੱਕ। ਕਥਿਓ ਨਾ ਜਾਏ ਵੇ ਖਾਸ ਮੈਂ ਵਿਚਾਰਿਆ। ਸਾਚਾ ਹੈ ਸਾਹਿਬ ਭੇਟਾ ਨਾਮ ਦੀ ਹੀ ਪਾਸ ਹੋਏ। ਤਤ ਪਦ ਰੂਪ ਇਉ ਚੌਥੀ ਨਿਰ ਧਾਰਿਆ। ਥਾਪਿਆ ਨਾ ਜਾਏ ਸੁਧ ਰੂਪ ਕੇ ਸਾਧਨ ਕਹੇ। ਗੁਰੂ ਕੇ ਲਖਨ ਸੋਈ ਮੈਂ ਲਖ ਆਪ ਕੋ। ਪੰਜਵੀਂ ਸੋ ਛੇਵੀਂ में तीर्थ बनौटी खंडे। हो नेह काम मत विच परताप को। सतवीं में विराग है आप तू समझ वेख। नजर तो बिना सहे दुख आर ताप को। पौड़ियां चौहां दे विच श्रावण महात्म है। मन्नण को चाहो विच कहया अलाप को। पंच परवान विच निद आसन को विशा कह। 17वीं दे विच जापो शांत की अनंत है। 18वीं में तामसी सृष्टि 10 बहु रंगी।
19वीं में थाव पी अगम ते बेअंत है। चारों महावाक कह पूरब अर्ध पूरा। पापा संधि मैल विच 20वीं कटंत है। तीर्थ ते दान अवसरमन मनन कह। जग उत्पत्ति होई आमदन अंत है। 22 विच लखा ही आकाश ते पताल 10। अंत नहीं ओढ़क ਨੂੰ ਥੱਕ ਗਏ ਪਾਲਦੇ। ਹਰੀ ਦੇ ਮਿਲਨ ਤਾਈਂ ਸਦਾ ਹੀ ਸਿਫਤ ਕਰ। ਹੋਏ ਸੁਲਤਾਨ ਮਾਨ ਕੀੜੀ ਨਾ ਵਿਖਾਲ ਦੇ। ਅੰਤ ਤੋਂ ਬੇਅੰਤ ਦਾਤ ਅੰਤ ਸਤ ਹੂੰ ਕਾ ਨਹਿ। ਬਹੁਤਾ ਹੈ ਕਰਮ ਮੰਨੇ ਕੋਈ ਕਰ ਘਾਲ ਦੇ। 26 ਵਿੱਚ ਅਮੋਲਕ ਹੈ ਗੁਣ ਕਰਤਾਰ ਹੂੰ ਕੇ। ਗੋਪੀਆਂ ਤੇ ਕਾਨ ਆਖ ਅੰਤ ਨਹੀਂ ਡਾਲ ਦੇ। ਰੱਬੀ ਦਰਵਾਜ਼ਾ ਕਹਿ ਗਾਵੰਦੇ ਅਨੰਤ ਵਹਿ। ਮਿਲਦਾ ਨਦਰ ਜਹ ਕਰਦਾ ਅਕਾਲ ਹੈ। ਮੁੰਦਾ ਸੰਤੋਖ ਕਹਿਓ ਭੁਗਤ ਗਿਆਨ ਲਹੋ। ਏਕ ਤ੍ਰਿਗੁਣੀ ਰਹੋ ਆਦਿ ਪ੍ਰਤਪਾਲ ਹੈ। ਆਸਣ ਅਲੋਕ 10 ਇੱਕ ਦੂ ਜ਼ੁਬਾਨ ਲੱਖ। ਆਖਣ ਦਾ ਪ੍ਰੇਮ ਚਖ ਹੁੰਦਾ ਨਿਹਾਲ ਹੈ। 32 ਪੌੜੀ ਕਹੀ ਬ੍ਰਹਮ ਹੈ ਵਿਦਿਆ ਸਹੀ। 33 ਵਿੱਚ ਜ਼ੋਰ ਨਹੀਂ ਚੱਲਦਾ ਕੰਗਾਲ ਹੈ। ਰਾਤੀ ਰੁੱਤੀ ਵਿੱਚ ਧਰਮ ਖੰਡ ਕੋ ਵਖਾਨ ਹੋਏ। 35 ਵਿੱਚ ਗਿਆਨ ਹੂੰ ਕੋ ਖੰਡ ਪਹਿਚਾਨੀਏ। 36 ਵਿੱਚ ਆਖਿਆ ਆਨੰਦ ਹੈ ਸਰਮ ਖੰਡ। 37 ਵਿੱਚ ਕਰਮ ਕੋ ਖੰਡ ਅਨੁਮਾਨੀਏ। ਸੱਚ ਖੰਡ ਗੁਰਮੁਖ ਮੰਜ਼ਿਲ ਕਥਾਨ ਕਰ। ਕਥਨ ਹੈ ਕਰੜਾ ਸੋ ਸਾਰ ਜਿਮ ਮਾਨੀਏ। ਸਾਧਨ ਗਿਆਨ ਹੂੰ ਕੇ ਜਤ ਤੇ ਧੀਰਜ ਪਹਨ। ਹੋਮ ਦਾ ਨਿਹਾਲ ਰਿਦ ਜਾਹੇ ਨੇ ਵਸਾਨੀਏ। ਗੁਰੂ ਕੀ ਸਿਫਤ ਕਹਿ ਪਾਉਣ ਕੇ ਸਮਾਨ ਵਹਿ। ਧਰਮ ਹਜੂਰ ਨੇਕੀ ਬਦੀ ਪ੍ਰਕਾਸ਼ ਹੈ। ਨਾਮ ਕੋ ਧਿਆਏ ਜਿਨ ਹੰਗਤਾ ਅਪਹਵ ਕਰੀ। ਸੁਖ ਕੇ ਸਰੂਪ ਸੋਈ ਵਾਸ਼ਨਾ ਵਿਨਾਸ਼ ਹੈ। ਮੁਖ ਤਿਨਹੂ ਕੇ ਹੋਏ ਉਜਲ ਜਹਾਨ ਮਹਿ। कितनी ही दुनिया की बंद से खलास है। सतगुरु नानक के जप को विचार कर। शीस को झुकाए मेरी नमो सुख रास है। मुख तिन्हू के होए उज्जल जहान मह। कितनी ही दुनिया की बंद से खलास है। सतगुरु नानक के जप को विचार कर। शीस को झुकाए मेरी नमो सुख रास है। संत ज्ञानी सुंदर सिंह जी पिंडरां वालिया ने कथा की समाप्ति उपरंत जद के दीवान विच संत गुलाब सिंह जी घोलिए वाले ते संत भगवान सिंह जी रेरू साहिब वाले ਅਤੇ ਹੋਰ ਵੀ ਬਹੁਤ ਸਾਰੇ ਮਹਾਤਮਾ ਬੈਠੇ ਸਨ। ਕੁਝ ਵਿਸ਼ੇਸ਼ ਬਚਨ ਇਸ ਤਰ੍ਹਾਂ ਕਹੇ। ਸੰਗਤ ਜੀ, ਮੈਨੂੰ ਜੋ ਅੱਖਰ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਨੇ ਪੜ੍ਹਾਏ ਸਨ, ਉਹ ਮੈਂ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਸੇਵਾ ਕਰਕੇ ਸਫਲੇ ਕੀਤੇ ਹਨ। ਬਹੁਤੇ ਪੜ੍ਹ ਕੇ ਗਿਆਨੀ ਬਣੇ, ਕੋਈ ਸਿਮਰਨ 'ਚ ਜੁੜ ਕੇ ਧਿਆਨੀ ਬਣ ਗਏ, ਕੋਈ ਪੜ੍ਹ ਕੇ ਸਭ ਕੁਝ ਭੁੱਲ ਗਏ ਅਤੇ ਕੋਈ ਨੌਕਰੀ ਕਰਨ ਲੱਗ ਪਏ। ਜਿਹੜੇ ਘੱਟ ਪੜ੍ਹੇ ਸਨ ਉਹ ਘਰਾਂ 'ਚ ਜਾ ਕੇ ਗ੍ਰਹਸਥ ਵਿੱਚ ਖਚਿਤ ਹੋ ਗਏ। ਜੋ ਗੁਰਮਤਿ ਵਿਦਿਆ ਦਾ ਇਹ ਗੁਰੂ ਦਾ ਖਜ਼ਾਨਾ ਮੇਰੇ ਪਾਸ ਸੀ, ਮੈਂ ਉਹ ਸਾਰਾ ਗੁਰਬਚਨ ਸਿੰਘ ਨੂੰ ਦਾਨ ਦੇ ਦਿੱਤਾ ਹੈ। ਨਾਮ ਅਭਿਆਸ ਤੇ ਗੁਰਬਾਣੀ ਦੇ ਅਰਥ ਪੜ੍ਹਾਉਣ ਦੀ ਸੇਵਾ ਆਪਣੇ ਥਾਂ ਇਸ ਨੂੰ ਬਖਸ਼ ਦਿੱਤੀ ਹੈ। ਮੈਂ ਆਪਣਾ ਗਿਆਨ ਤੇ ਪ੍ਰਾਪਤ ਹੋਇਆ ਬ੍ਰਹਮਾਨੰਦ ਇਸ ਪਾਸੋਂ ਗੁਪਤ ਨਹੀਂ ਰੱਖਿਆ। ਜੋ ਕੁਝ ਸਾਡੇ ਕੋਲ ਸੀ ਅਸਾਂ ਇਸ ਨੂੰ ਦੇ ਦਿੱਤਾ ਹੈ। ਇਹ ਸੁਣ ਕੇ ਕੋਈ ਦੁਖੀ ਨਾ ਹੋਵੇ, ਸਭ ਰਾਜੀ ਰਹੋ। ਸੰਗਤ ਸੁਣ ਕੇ
ਅਦਭੁਤ ਰਸ ਵਿੱਚ ਡੁੱਬ ਗਈ। ਗਿਆਨੀ ਗੁਰਬਚਨ ਸਿੰਘ ਜੀ ਦਾ ਮਨ ਅਚਲ ਟਿਕ ਗਿਆ। ਇੱਕ ਸਿੰਘ ਨੇ ਇਤਰਾਜ਼ ਕਰਦਿਆਂ ਕਿਹਾ, ਸਾਰੀ ਝੋਲੀ ਇਸ ਅੱਗੇ ਝਾੜ ਦਿੱਤੀ, ਸਾਨੂੰ ਕੀ ਦਿੱਤਾ? ਅਸੀਂ ਐਵੇਂ ਹੀ ਆਪ ਨਾਲ ਸਾਰੀ ਉਮਰ ਗੁਜ਼ਾਰ ਛੱਡੀ। ਸੰਤਾਂ ਨੇ ਪ੍ਰੇਮ ਨਾਲ ਹੱਸ ਕੇ ਕਿਹਾ, ਅਸਾਂ ਇਸ ਨੂੰ ਆਪਣਾ ਸਭ ਕੁਝ ਦੇ ਦਿੱਤਾ ਹੈ, ਇਸ ਨਾਲ ਪ੍ਰੇਮ ਕਰੋਗੇ ਤਾਂ ਸੁਖ ਹੋਵੇਗਾ। ਇਹ ਸੁਣ ਕੇ ਸਾਰੇ ਚੁੱਪ ਹੋ ਗਏ। ਸੰਤਾਂ ਨੇ ਕਿਹਾ, ਸੋਰਠਾ ਵਿਰਲੇ ਹੋਤ ਵਿਵੇਕ, ਅਧਿਕਾਰੀ ਵਿਰਲਾ ਬਨੇ, ਸ਼ਰਦਾ ਹੋਤ ਇਕੇਕ, ਤਾਹੀ ਕੋਟਨ ਮੈਂ ਕੋਈ। ਸ਼ਾਸਤਰ ਵਿਦਿਆ ਗੁਰਮਤਿ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੋਰ ਮਤਾਂ ਦੇ ਸਿਧਾਂਤਾਂ ਅਤੇ ਗੁਰਮਤਿ ਸਿਧਾਂਤਾਂ ਦਾ ਮੁਕਾਬਲਾ ਕਰ ਸਕਣ ਲਈ ਗੁਰਮਤਿ ਨੂੰ ਦੂਜੇ ਮਤਾਂ ਤੋਂ ਅਮੋਲਕ ਅਤੇ ਅਕਾਲ ਪੁਰਖ ਦੇ ਮਿਲਾਪ ਦਾ ਸੁਖੈਨ ਰਾਹ ਦਿਖਾ ਸਕਣ ਅਤੇ ਅੱਗੋਂ ਗੁਰਮਤਿ ਦੇ ਗ੍ਰੰਥਾਂ ਦੀ ਪੜ੍ਹਾਈ ਕਰਾ ਸਕਣ ਦੇ ਖਿਆਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਗਿਆਨੀ ਗੁਰਬਚਨ ਸਿੰਘ ਜੀ ਨੂੰ ਵਿਚਾਰ ਸਾਗਰ, ਮੋਕਸ਼ ਪੰਥ ਤੇ ਬ੍ਰਿਤੀ ਪ੍ਰਭਾਕਰ ਆਦਿ ਵੇਦਾਂਤ ਦੇ ਗੂੜ ਭਾਸ਼ਾ ਗ੍ਰੰਥ ਤਾਂ ਬਹੁਤ ਹੀ ਚੰਗੀ ਤਰ੍ਹਾਂ ਪੜ੍ਹਾਏ ਅਤੇ ਉਹਨਾਂ ਵਿੱਚੋਂ ਕਥਾ ਵਿੱਚ ਕੰਮ ਆਉਣ ਵਾਲੇ ਪਦਾਰਥ ਅਤੇ ਪ੍ਰਕਰਣ ਚੰਗੀ ਤਰ੍ਹਾਂ ਕੰਠ ਕਰਵਾਏ। ਇਸ ਤੋਂ ਇਲਾਵਾ ਯੋਗ, ਵੇਦਾਂਤ, ਸਾਖ ਆਦਿ 6 ਸ਼ਾਸਤਰਾਂ, ਪੁਰਾਣਾਂ, ਸਿਮਰਤੀਆਂ, ਵੇਦਾਂ ਦੇ 6 ਅੰਗਾਂ ਬਾਰੇ ਸੰਤਾਂ ਨੇ ਆਪ ਨੂੰ ਪੂਰੀ ਜਾਣਕਾਰੀ ਕਰਵਾ ਦਿੱਤੀ। ਇਹ ਵੀ ਦੱਸ ਦਿੱਤਾ ਕਿ ਉਹਨਾਂ ਪੁਸਤਕਾਂ ਜਾਂ ਮਤਾਂ ਦਾ ਗੁਰਮਤ ਨਾਲ ਕਿੰਨਾ ਕੁ ਸੰਬੰਧ ਹੈ ਅਤੇ ਕਿੰਨਾ ਕੁ ਮਤਭੇਦ ਹੈ। ਇਹਨਾਂ ਵਿੱਚੋਂ ਕੀ ਕੁਝ ਗ੍ਰਹਿਣ ਕਰਨ ਯੋਗ ਹੈ ਅਤੇ ਕੀ ਕੁਝ ਤਿਆਗਣ ਯੋਗ ਹੈ, ਨਿਰਣੈ ਸਹਿਤ ਸਮਝਾ ਦਿੱਤਾ। ਇਹ ਸਾਰਾ ਕੁਝ ਬਾਕੀ ਦੇ ਵਿਦਿਆਰਥੀਆਂ ਤੋਂ ਵੱਖਰਾ ਤੇ ਇਕੱਲਿਆਂ ਨੂੰ ਵਾਧੂ ਸਮਾਂ ਦੇ ਕੇ ਕੀਤਾ, ਕਿਉਂਕਿ ਸੰਤਾਂ ਦੀ ਪਾਰਖੂ ਅੱਖ ਨੇ ਪਹਿਲੇ ਦਿਨ ਹੀ ਜਾਣ ਲਿਆ ਸੀ ਕਿ ਇਹ ਯੋਗ ਸੱਜਣ ਹਨ, ਜਿਨ੍ਹਾਂ ਦੇ ਜ਼ੋਰਾਵਰ ਮੋਢਿਆਂ ਤੇ ਅਸੀਂ ਗੁਰਮਤਿ ਪ੍ਰਚਾਰ ਦਾ ਬਹੁਤ ਵੱਡਾ ਭਾਰ ਰੱਖਣਾ ਹੈ ਅਤੇ ਜਿਸ ਨੂੰ ਚੁੱਕ ਸਕਣ ਵਿੱਚ ਇਹ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਹਨ, ਸਗੋਂ ਵਧੇਰੇ ਅਤੇ ਸੂਝ-ਬੂਝ ਨਾਲ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਦਾ ਬੋਝ ਚੁੱਕਣ ਦੇ ਸਮਰੱਥ ਹੋਣਗੇ। ਗਿਆਨੀ ਗੁਰਬਚਨ ਸਿੰਘ ਜੀ ਆਪਣੀ ਪ੍ਰਤਿਭਾ ਦੇ ਕਾਰਨ ਬਾਕੀ ਦੇ ਸਾਰੇ ਵਿਦਿਆਰਥੀਆਂ ਨਾਲੋਂ ਗੁਰਮਤਿ ਵਿਦਿਆ ਦੇ ਨਾਲ-ਨਾਲ ਸ਼ਾਸਤਰ ਵਿਦਿਆ ਵਿੱਚ ਵੀ ਬਹੁਤ ਹੁਸ਼ਿਆਰ ਸਨ। ਇਸ ਲਈ ਇੱਕ ਚੰਗੇ ਮਾਲੀ ਵਾਂਗ ਸੰਤ ਜੀ ਆਪ ਨੂੰ ਆਪਣੀ ਮਿਹਨਤ ਨਾਲ ਵਧੇਰੇ ਮਿੱਠੇ ਅਤੇ ਰਸਦਾਰ ਫਲਾਂ ਵਾਲਾ ਬੂਟਾ ਬਣਾਉਣ ਦੇ ਇੱਛੁਕ ਸਨ, ਜਿਸ ਵਿੱਚ ਉਹ 100% ਕਾਮਯਾਬ ਵੀ ਹੋਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਸੰਗਤ ਵਿੱਚ ਰਹਿ ਕੇ ਗੁਰਮਤਿ ਵਿਦਿਆ ਅਤੇ ਸ਼ਾਸਤਰ ਵਿਦਿਆ ਵਿੱਚ ਪ੍ਰਵੀਨ ਹੋ ਗਏ। ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਅਤੇ ਸੰਗਤ ਵਿੱਚ ਰਹਿਣ ਸਮੇਂ ਆਪ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸਰਲਤਾ, ਸ਼ੁੱਧਤਾ ਅਤੇ ਤੇਜ ਰਵਾਨਗੀ, ਗੁਰਬਾਣੀ ਦੇ ਨਿਤਨੇਮ, ਮੂਲ ਮੰਤਰ ਦੇ ਕੀਤੇ ਜਾਪ ਅਤੇ ਗੁਰਮੰਤਰ ਦੇ ਸਿਮਰਨ ਅਭਿਆਸ ਬਾਰੇ ਲੋੜੀਂਦੀ ਜਾਣਕਾਰੀ ਦੇਣੀ ਵੀ ਕੋਈ ਕੁਥਾਂ ਨਹੀਂ ਹੋਵੇਗੀ। ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠੀਆਂ, ਗ੍ਰੰਥੀਆਂ, ਗੁਰਬਾਣੀ ਦੇ ਨਿਤਨੇਮੀਆਂ, ਮੂਲ ਮੰਤਰ ਦੇ ਜਾਪਕਾਂ ਅਤੇ ਗੁਰਮੰਤਰ ਦੇ ਸਿਮਰਨ ਅਭਿਆਸੀਆਂ ਲਈ ਪ੍ਰੇਰਣਾ ਦਾ ਸਰੋਤ ਅਤੇ ਆਮ ਲੋਕਾਂ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ 7 ਸਾਲ ਦੀ ਬਾਲਕ ਉਮਰ ਵਿੱਚ ਆਪ ਤਾਇਆ ਜੀ ਪਾਸੋਂ ਸੰਥਾ ਸਹਿਤ ਪਾਠ ਕਰਕੇ ਚੰਗੇ ਅਖੰਡ ਪਾਠੀ ਬਣ ਗਏ। 2-3 ਵਾਰ ਸੰਥਾ ਕਰ ਲੈਣ ਦੇ ਸਦਕਾ ਪਾਠ ਸ਼ੁੱਧ, ਸਰਲ
ਅਤੇ ਤੇਜ ਹੋ ਗਿਆ ਸੀ। ਜਿੱਥੇ ਵੀ ਸ੍ਰੀ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਆਰੰਭ ਹੁੰਦਾ ਤਾਂ ਆਪ ਉਸ ਵਿੱਚ ਜ਼ਰੂਰ ਹਿੱਸਾ ਲੈਂਦੇ। ਮਾਇਆ ਵੱਲੋਂ ਤਿਆਗ ਇਤਨਾ ਸੀ ਕਿ ਸ੍ਰੀ ਸਹਿਜ ਜਾਂ ਸ੍ਰੀ ਅਖੰਡ ਪਾਠ ਕਰਨ ਤੋਂ ਬਾਅਦ ਪੂਜਾ ਦੀ ਮਾਇਆ ਅੰਗੀਕਾਰ ਨਾ ਕਰਦੇ। ਇਹੋ ਕਾਰਨ ਸੀ ਕਿ ਡੇਰਿਆਂ ਅਤੇ ਗੁਰਦੁਆਰਿਆਂ ਦੇ ਸੰਤ ਮਹੰਤ ਤੇ ਗ੍ਰੰਥੀ ਆਪ ਜੀ ਨੂੰ ਪਾਠ ਵਿੱਚ ਜ਼ਰੂਰ ਹੀ ਸ਼ਾਮਲ ਕਰ ਲੈਂਦੇ। ਇਸ ਤਰ੍ਹਾਂ ਆਪ ਨੂੰ ਹੋਰ ਵੀ ਸਰਲ ਤੇ ਤੇਜ ਪਾਠ ਕਰਨ ਲਈ ਮੌਕਾ ਮਿਲਦਾ ਰਿਹਾ। ਆਪਣੀਆਂ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਨਾਲ ਹਰ ਰੋਜ਼ 25 ਪੱਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਜ਼ਰੂਰ ਕਰਦੇ। ਇਸ ਤਰ੍ਹਾਂ ਵੀ ਪਾਠ ਸ਼ੁੱਧ ਅਤੇ ਤੇਜ ਕਰਨ ਵਿੱਚ ਮਦਦ ਮਿਲਦੀ ਰਹੀ। ਉਪਰੋਕਤ ਕਾਰਨਾਂ ਕਰਕੇ ਪਾਠ ਇੰਨਾ ਸਰਲ ਤੇ ਤੇਜ ਹੋ ਗਿਆ ਕਿ ਆਪ 1 ਘੰਟੇ ਵਿੱਚ 40 ਪੱਤਰੇ ਭਾਵ 80 ਅੰਗ ਸੁਣਾ ਕੇ ਪਾਠ ਕਰ ਸਕਦੇ ਸਨ। 1 ਘੰਟੇ ਵਿੱਚ ਇੰਨਾ ਪਾਠ ਸੁਣਾ ਕੇ ਕਰਨਾ ਇੱਕ ਰਿਕਾਰਡ ਹੈ। ਗੁਰਬਾਣੀ ਦੇ ਪਾਠ ਵਿੱਚ ਇੰਨੇ ਲਿਵਲੀਨ ਰਹਿੰਦੇ ਕਿ ਹਮੇਸ਼ਾ ਕੋਈ ਨਾ ਕੋਈ ਗੁਰਬਾਣੀ ਦੀ ਤੁਕ ਜਾਂ ਸ਼ਬਦ ਆਪ ਆਪਣੀ ਰਸਨਾ ਤੋਂ ਗੁਣਗੁਣਾਉਂਦੇ ਰਹਿੰਦੇ। ਸ਼ੁੱਧ ਸਰਲ ਤੇ ਤੇਜ ਪਾਠ ਦੀ ਇੱਕ ਮਿਸਾਲ ਹੇਠ ਦਰਜ ਕਰਦੇ ਹਾਂ ਜੋ ਬੜੀ ਵਿਚਿੱਤਰ ਤੇ ਦਿਲਚਸਪ ਹੈ। ਸੁਪਨੇ ਵਿੱਚ ਵੀ ਬਾਣੀ ਪੜ੍ਹਨੀ। ਆਪ ਦੇ ਵੱਡੇ ਭਰਾਤਾ ਭਾਈ ਹਜ਼ਾਰਾ ਸਿੰਘ ਜੀ ਨੇ ਇੱਕ ਅਹਿਮ ਘਟਨਾ ਦਾ ਵਰਣਨ ਕਰਦਿਆਂ ਦੱਸਿਆ ਕਿ ਸੰਤਾਂ ਪਾਸ ਆਉਣ ਤੋਂ ਪਹਿਲਾਂ ਹੀ ਪਾਠ ਆਪ ਦੇ ਕੰਠ ਵਰਗਾ ਹੀ ਸੀ। ਉਹਨਾਂ ਦਿਨਾਂ ਵਿੱਚ ਅਖੰਡ ਪਾਠੀ ਬੜੇ ਹੀ ਘੱਟ ਲੱਭਦੇ ਸਨ, ਜਿਸ ਕਰਕੇ ਮੈਂ ਅਤੇ ਸਾਡੇ ਪਿੰਡ ਦੇ ਨਿਹੰਗ ਸਿੰਘ ਭਾਈ ਤਾਰਾ ਸਿੰਘ ਜੀ ਅਤੇ ਭਾਈ ਗੁਰਬਚਨ ਸਿੰਘ ਅਸੀਂ ਤਿੰਨੇ ਹੀ ਅਖੰਡ ਪਾਠ ਕਰ ਲਿਆ ਕਰਦੇ ਸਾਂ। ਭਾਈ ਗੁਰਬਚਨ ਸਿੰਘ ਬੜੀ ਬੇਪਰਵਾਹ ਜਿਹੀ ਬਿਰਤੀ ਵਿੱਚ ਰਹਿੰਦੇ, ਸਾਥੋਂ ਕਦੇ ਵੀ ਮਾਇਆ ਨਹੀਂ ਸਨ ਲੈਂਦੇ। ਦੁਆਬੇ ਵਿੱਚ ਇੱਕ ਵਾਰ ਅਖੰਡ ਪਾਠ ਆਰੰਭ ਸੀ। ਗਿਆਨੀ ਜੀ ਅੰਮ੍ਰਿਤ ਵੇਲੇ 2 ਤੋਂ 4 ਵਜੇ ਵਾਲੀ ਡਿਊਟੀ ਕਰਕੇ ਆਏ। ਆਪਣਾ ਬਿਸਤਰਾ ਇਕੱਠਾ ਕਰਕੇ ਢੋ ਲਾ ਕੇ ਨਿਤਨੇਮ ਦੀ ਬਾਣੀ ਪੜ੍ਹਦੇ ਪੜ੍ਹਦੇ ਸੌਂ ਗਏ। ਸੁਪਨੇ ਵਿੱਚ ਵੀ ਉੱਚੀ ਆਵਾਜ਼ ਨਾਲ ਅਖੰਡ ਪਾਠ ਕਰਨ ਲੱਗ ਪਏ। ਆਵਾਜ਼ ਸੁਣ ਕੇ ਮੈਂ ਤੇ ਹੋਰ ਵੀ ਸਿਆਣੇ ਸਿੰਘ ਕੋਲ ਬੈਠ ਕੇ ਸੁਣਨ ਲੱਗ ਪਏ। ਅਸੀਂ ਅੱਧਾ ਘੰਟਾ ਪਾਠ ਸੁਣਦੇ ਰਹੇ। ਪਾਠ ਸੋਰਠ ਰਾਗ ਵਿੱਚ ਛੱਡ ਕੇ ਆਏ ਸਨ, ਉੱਥੋਂ ਹੀ ਸ਼ੁਰੂ ਕਰ ਲਿਆ। ਕੋਈ ਤੁਕ ਜਾਂ ਸ਼ਬਦ ਨਾ ਛੱਡਿਆ, ਨਾ ਹੀ ਅੱਗੇ ਪਿੱਛੇ ਪੜ੍ਹਿਆ। ਅਸੀਂ ਸੁਣਨ ਵਾਲੇ ਸਾਰੇ ਹੈਰਾਨ ਰਹਿ ਗਏ। ਉਹਨਾਂ ਦੇ ਭਰਾਤਾ ਅਤੇ ਜਥੇ ਦੇ ਸਿੰਘਾਂ ਨੇ ਵੀ ਦੱਸਿਆ ਕਿ ਕਈ ਵਾਰ ਜਦ ਕਦੀ ਅਖੰਡ ਪਾਠ ਪਛੜਿਆ ਹੁੰਦਾ ਤਾਂ ਇਹਨਾਂ ਨੂੰ ਪਾਠ ਕਰਨ ਲਾ ਦਿੰਦੇ ਤਾਂ ਇਹ ਸਮੇਂ ਸਿਰ ਪਾਠ ਭੋਗ ਤੇ ਲੈ ਆਉਂਦੇ ਸਨ। ਸੰਤਾਂ ਕੋਲ ਰਹਿੰਦਿਆਂ ਵੀ ਅਖੰਡ ਪਾਠਾਂ ਸਮੇਂ ਕੋਈ ਵੀ ਸ਼ੁੱਧ ਤੇ ਤੇਜ ਪਾਠ ਕਰਨ ਵਿੱਚ ਆਪ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਸ੍ਰੀ ਜਪਜੀ ਸਾਹਿਬ ਦੇ ਪਾਠ ਆਪਣੇ ਨਿਤਨੇਮ ਤੋਂ ਇਲਾਵਾ ਜਦ ਕਦੀ ਮੌਕਾ ਮਿਲਦਾ ਤਾਂ ਆਪ ਸ੍ਰੀ ਜਪਜੀ ਸਾਹਿਬ ਦੇ ਹੋਰ ਵੀ ਪਾਠ ਕਰ ਲਿਆ ਕਰਦੇ। ਜਦ ਬੋਪਾ ਰਾਏ ਵਿਖੇ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਸ੍ਰੀ ਜਪਜੀ ਸਾਹਿਬ ਦੇ 1,28,000 ਪਾਠ 40 ਦਿਨਾਂ ਵਿੱਚ ਕਰਵਾਏ ਤਾਂ ਉਹਨਾਂ ਦਿਨਾਂ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ 110 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਦੇ ਸਨ। ਇੰਨੇ ਪਾਠ ਕੋਈ ਹੋਰ ਸਿੰਘ ਨਹੀਂ ਸੀ ਕਰਦਾ। ਸੰਤ ਗਿਆਨੀ ਸੁੰਦਰ ਸਿੰਘ ਜੀ ਨੇ 1 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਆਪ ਪਾਸੋਂ ਇਕੱਲਿਆਂ ਹੀ ਕਰਵਾਇਆ। ਗੁਰਬਾਣੀ ਦਾ ਨਿਤਨੇਮ। ਆਪ ਜੀ 5 ਬਾਣੀਆਂ ਦੇ ਨਿਤਨੇਮ ਤੋਂ ਬਾਅਦ ਸਾਰੀ 5 ਗ੍ਰੰਥੀ ਜੋ ਕਿ ਆਪ ਨੂੰ ਕੰਠ ਸੀ ਦਾ ਪਾਠ ਨਿਤਨੇਮ ਦੇ ਤੌਰ ਤੇ ਕਰਦੇ ਸਨ। ਦਸਮ ਪਾਤਸ਼ਾਹ ਜੀ ਦੀ ਬਾਣੀ ਅਕਾਲ ਉਸਤਤ 33 ਸਵਈਏ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਵੀ ਆਪ ਦੇ ਨਿਤਨੇਮ ਵਿੱਚ ਸ਼ਾਮਲ ਸਨ। ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਅਤੇ 25 ਪੱਤਰੇ ਪਾਠ ਵੀ ਨਿਤਨੇਮ ਦੀ ਬਾਣੀ ਵਾਂਗ ਹਰ ਰੋਜ਼ ਕਰਦੇ। ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਆਪ ਕਰਦੇ।
ਅਤੇ ਸ਼ਾਮ ਨੂੰ ਗੜਵਈ ਸਿੰਘ ਪਾਸੋਂ 5 ਬਾਣੀਆਂ, ਰਹਿਰਾਸ ਦਾ ਪਾਠ ਤੇ ਇੱਕ ਬੇਨਤੀ ਚੌਪਈ ਦਾ ਪਾਠ ਵਿਸ਼ੇਸ਼ ਤੌਰ ਤੇ ਸੁਣਦੇ। ਜਦ ਆਪ ਜੀ ਨੂੰ ਇਸ ਬਾਬਤ ਪੁੱਛਿਆ ਤਾਂ ਆਪ ਨੇ ਦੱਸਿਆ ਕਿ ਦੁਬਾਰਾ 5 ਬਾਣੀਆਂ ਪੜ੍ਹਨ ਦਾ ਮਤਲਬ ਇਹ ਹੈ ਕਿ ਜਿਹੜਾ ਨਿਤਨੇਮ ਬਚਪਨ ਵਿੱਚ ਜਾਂ ਕਿਸੇ ਬਿਮਾਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਰਨਾ ਰਹਿ ਗਿਆ ਹੈ, ਉਹਨਾਂ ਦਿਨਾਂ ਦਾ ਨਿਤਨੇਮ ਪੂਰਾ ਕਰਨ ਲਈ ਅਸੀਂ ਅਜਿਹਾ ਕਰਦੇ ਹਾਂ। ਭਾਵ ਆਪ ਦਾ ਵਿਚਾਰ ਇਹ ਸੀ ਕਿ ਹਰੇਕ ਗੁਰਸਿੱਖ ਮਾਈ ਭਾਈ ਨੂੰ ਦਿਨ ਵਿੱਚ ਇੱਕ ਵਾਰ ਤਾਂ 5 ਬਾਣੀਆਂ ਦਾ ਨਿਤਨੇਮ ਕਰਨਾ ਬੜਾ ਹੀ ਜ਼ਰੂਰੀ ਹੈ। ਵੱਧ ਜਿੰਨੀ ਵਾਰ ਹੋ ਜਾਵੇ ਚੰਗਾ ਹੈ। ਸ੍ਰੀ ਜਾਪ ਸਾਹਿਬ ਦੇ ਪਾਠ ਵੱਡੇ ਸੰਤਾਂ ਤੋਂ ਬਾਅਦ ਬੋਪਾ ਰਾਏ ਕਥਾ ਕਰਨ ਸਮੇਂ ਆਪ ਜੀ ਨੇ ਪ੍ਰੇਰ ਕੇ ਵਿਦਿਆਰਥੀਆਂ ਅਤੇ ਸੰਗਤ ਪਾਸੋਂ 1.25 ਲੱਖ ਸ੍ਰੀ ਜਾਪ ਸਾਹਿਬ ਦੇ ਪਾਠ ਵੀ ਕਰਵਾਏ। 10ਮ ਜਾਪ ਸ੍ਰੀ ਮੁਖ ਗੁਰਬਾਣੀ, 1.25 ਲੱਖ ਪਾਠ ਸੰਗਤ ਰਸ ਮਾਣੀ ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ ਆਪ ਜੀ ਨੇ ਲਿਖਿਆ। ਆਪ ਜੀ ਵੀ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਜਾਪ ਸਾਹਿਬ ਦੇ ਪਾਠ ਸੰਗਤ ਨਾਲ ਮਿਲ ਕੇ ਕਰਦੇ ਰਹੇ। ਮੂਲ ਮੰਤਰ ਦਾ ਜਾਪ ਬਚਪਨ ਵਿੱਚ ਹੀ ਮਾਤਾ ਪਿਤਾ ਅਤੇ ਤਾਇਆ ਜੀ ਦੀ ਸਿੱਖਿਆ ਤੇ ਸੰਗਤ ਦਾ ਸਦਕਾ ਅਤੇ ਉਹਨਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਦਿਆਂ ਤੱਕ ਕੇ ਆਪ ਜੀ ਨੂੰ ਵੀ ਮੂਲ ਮੰਤਰ ਦੇ ਜਾਪ ਦਾ ਸ਼ੌਂਕ ਜਾਗਿਆ, ਜਿਸ ਕਰਕੇ ਨਿਤਨੇਮ ਤੋਂ ਪਹਿਲਾਂ 1-2 ਮਾਲਾ ਮੂਲ ਮੰਤਰ ਦੀਆਂ ਜ਼ਰੂਰ ਹੀ ਫੇਰਦੇ ਸਨ। ਉਪਰੋਕਤ ਮੂਲ ਮੰਤਰ ਦੇ ਜਾਪ ਤੋਂ ਇਲਾਵਾ ਕਈ ਵਾਰ 40-40 ਦਿਨ ਦਾ ਸੰਕੇਤ ਕਰਕੇ ਕੁਝ ਖਾਸ ਗਿਣਤੀ ਵਿੱਚ ਮੂਲ ਮੰਤਰ ਦਾ ਜਾਪ ਅੱਡ ਥਾਵਾਂ ਤੇ ਕਰਦੇ ਰਹੇ। ਸੰਤਾਂ ਪਾਸ ਆਉਣ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੀ ਯਾਤਰਾ ਨੂੰ ਚਲੇ ਗਏ। ਮੁੜਦੇ ਹੋਏ ਸ੍ਰੀ ਚਮਕੌਰ ਸਾਹਿਬ ਠਹਿਰ ਕੇ 40 ਦਿਨ ਅੰਮ੍ਰਿਤ ਵੇਲੇ 1 ਵਜੇ ਬਾਉਲੀ ਸਾਹਿਬ ਦੇ ਜਲ ਵਿੱਚ ਖੜੇ ਹੋ ਕੇ ਹਰ ਰੋਜ਼ 33 ਮਾਲਾ ਮੂਲ ਮੰਤਰ ਦੀਆਂ ਫੇਰਦੇ। ਸੰਗਤ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਇਹ ਨਿਯਮ ਪੂਰਾ ਕਰ ਲੈਂਦੇ। ਇੱਥੇ ਟੂਕ ਦਿੱਤੀ ਹੋਈ ਹੈ ਸਾਧ ਸੰਗਤ ਜੀ ਕਿ ਇਸ ਸਾਲ ਬੁੱਢਾ ਦਲ ਦੇ ਜਥੇਦਾਰ ਬਾਬਾ ਤੇਜਾ ਸਿੰਘ ਜੀ ਨੇ ਸਰੀਰ ਛੱਡਿਆ ਸੀ ਅਤੇ ਉਹਨਾਂ ਦੀ ਥਾਂ ਬਾਬਾ ਚੇਤ ਸਿੰਘ ਜੀ ਜਥੇਦਾਰ ਥਾਪੇ ਗਏ ਸਨ। ਇਸ ਤਰ੍ਹਾਂ 40 ਦਿਨਾਂ ਵਿੱਚ 1.25 ਲੱਖ ਮੂਲ ਮੰਤਰ ਦਾ ਜਾਪ ਕੀਤਾ। ਸ੍ਰੀ ਚਮਕੌਰ 40 ਦਿਨ ਰਹਿਓ, ਮੂਲ ਮੰਤਰ 1.25 ਲੱਖ ਉਮਹਿਓ। ਸੰਤਾਂ ਪਾਸ ਆ ਕੇ ਹਰ ਰੋਜ਼ 1 ਵਜੇ ਅੰਮ੍ਰਿਤ ਵੇਲੇ ਜਾਗਣ ਦਾ ਨਿਤਨੇਮ ਬਣਾ ਲਿਆ। ਇਸ਼ਨਾਨ ਤੋਂ ਬਾਅਦ ਕੁਝ ਮਾਲਾ ਹਰ ਰੋਜ਼ ਮੂਲ ਮੰਤਰ ਦੀਆਂ ਗੁਰਮੰਤਰ ਨਾਲ ਰਲਾ ਕੇ ਫੇਰਨੀਆਂ। ਇਉਂ 3.5 ਸਾਲਾਂ ਵਿੱਚ 36 ਲੱਖ ਮੂਲ ਮੰਤਰ ਦਾ ਜਾਪ ਕੀਤਾ। 1.25 ਲੱਖ ਜਪ ਪਾਠ ਕਰਾਇਆ, 36 ਲੱਖ ਮੂਲ ਮੰਤਰ ਗਾਇਆ। ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਜਥੇ 'ਚ ਉਹ ਸਿੰਘ ਰਹਿ ਸਕਦਾ ਸੀ ਜਿਹੜਾ ਘੱਟੋ ਘੱਟ 25,000 ਗੁਰਮੰਤਰ ਦਾ ਸਿਮਰਨ ਕਰੇ ਜਾਂ 33 ਮਾਲਾ ਮੂਲ ਮੰਤਰ ਦਾ ਜਾਪ ਕਰੇ ਜਾਂ 5 ਸ੍ਰੀ ਸੁਖਮਨੀ ਸਾਹਿਬ ਜਾਂ ਫਿਰ 5 ਗ੍ਰੰਥੀ ਦਾ ਹਰ ਰੋਜ਼ ਨਿਤਨੇਮ ਕਰੇ। ਜਥੇ ਸਮੇਤ ਵਿਚਰਨ ਸਮੇਂ ਕਈ ਵਾਰ ਪਿੰਡਰੀ ਜਥੇ ਸਮੇਤ ਠਹਿਰ ਕੇ 40 ਦਿਨ ਦਾ ਸੰਕੇਤ ਕਰਕੇ 33 ਮਾਲਾ ਮੂਲ ਮੰਤਰ ਦੀਆਂ ਹਰ ਰੋਜ਼ ਫੇਰਦੇ। ਇਹ ਜਾਪ ਗੁਰਦੁਆਰਾ ਸਾਹਿਬ ਦੀ ਉੱਪਰਲੀ ਛੱਤ ਗੈਲਰੀ ਵਿੱਚ
ਏਕਾਂਤ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹਜ਼ੂਰੀ ਵਿੱਚ ਬੈਠ ਕੇ ਕਰਦੇ। ਗੁਰ ਮੰਤਰ ਦਾ ਸਿਮਰਨ। ਉਂਝ ਤਾਂ ਮਾਤਾ ਜੀ ਨੇ ਗੁੜਤੀ ਵਿੱਚ ਹੀ ਗੁਰ ਮੰਤਰ ਦਾ ਸਿਮਰਨ ਕੰਨਾਂ ਰਾਹੀਂ ਗਿਆਨੀ ਗੁਰਬਚਨ ਸਿੰਘ ਜੀ ਦੇ ਹਿਰਦੇ ਤੱਕ ਪਹੁੰਚਾ ਦਿੱਤਾ ਸੀ। ਹਰ ਲੋਰੀ ਗੱਲਬਾਤ ਅਤੇ ਪਿਤਾ ਦੇ ਲਾਡ ਪਿਆਰ ਵਿੱਚ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਆਪ ਦੇ ਇਰਦ ਗਿਰਦ ਹੁੰਦਾ ਰਹਿੰਦਾ ਸੀ, ਜਿਸ ਕਰਕੇ ਆਪ ਪਹਿਲਾਂ ਤੋਂ ਹੀ ਨਾਮ ਸਿਮਰਨ ਦੇ ਅਭਿਆਸੀ ਸਨ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਆਪ ਸ੍ਰੀ ਨਨਕਾਣਾ ਸਾਹਿਬ ਪੁੱਜੇ। ਉੱਥੋਂ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ 5 ਮਹੀਨੇ ਲਗਾਤਾਰ ਕੀਰਤਨ ਕਥਾ ਦੇ ਆਨੰਦ ਦੇ ਨਾਲ ਨਾਲ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਦਾ ਵੀ ਰਸ ਮਾਣਦੇ ਰਹੇ। ਸੁਨਤ ਪ੍ਰੇਮ ਮੈਂ 5 ਮਹੀਨੇ, ਜਾਪ ਵਾਹਿਗੁਰੂ ਕੋ ਰਸ ਲੀਨੇ। ਪਰ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਜਥੇ ਵਿੱਚ ਆ ਕੇ ਤਾਂ ਗੁਰਮੰਤਰ ਦੇ ਸਿਮਰਨ ਦਾ ਸੋਮਾ ਹੀ ਫੁੱਟ ਪਿਆ। ਵਾਹਿਗੁਰੂ ਨਾਮ ਜੀਵਨ ਕਰ ਦੀਨੋ, ਪ੍ਰਭ ਸਿਮਨ ਮਹਿ ਮਨ ਤਨ ਭੀਨੋ। ਜਦ ਆਪ ਜਥੇ ਵਿੱਚ ਰਹਿ ਕੇ ਗੁਰਮਤਿ ਵਿਦਿਆ ਦਾ ਅਧਿਐਨ ਕਰ ਰਹੇ ਸਨ ਤਾਂ ਪਿੰਡਰੀ ਠਹਿਰਨ ਸਮੇਂ ਆਪ ਸੁਬਾ ਗੁਰਬਾਣੀ ਦੀ ਸੰਥਾ ਕਥਾ ਸੁਣ ਕੇ ਜਲ ਪਾਣੀ ਛਕ ਕੇ ਵਿਦਿਆਰਥੀਆਂ ਨੂੰ ਕਥਾ ਵਿਚਰਵਾ ਕੇ ਕਪੂਰੇ ਪਿੰਡ ਦੇ ਰਾਹ ਤੇ ਬਾਹਰਵਾਰ ਛੱਪੜ ਦੇ ਕਿਨਾਰੇ ਇੱਕ ਪਿੱਪਲ ਦੇ ਦਰਖਤ ਹੇਠ ਬੈਠ ਕੇ ਗੁਰਮੰਤਰ ਦੇ ਸਿਮਰਨ ਵਿੱਚ ਜੁੜ ਜਾਂਦੇ। ਅਜਿਹੀ ਸਮਾਧੀ ਲੱਗਦੀ ਕਿ ਕਈ ਘੰਟੇ ਸੰਸਾਰ ਅਤੇ ਸਰੀਰ ਦੀ ਸੁੱਧ ਹੀ ਨਾ ਰਹਿੰਦੀ। ਇੱਕ ਦਿਨ ਆਪ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਾਸ ਆ ਕੇ ਕਿਹਾ, ਮਹਾਰਾਜ, ਜਦ ਮੈਂ ਸਿਮਰਨ ਵਿੱਚ ਬੈਠਦਾ ਹਾਂ ਤਾਂ ਧਿਆਨ ਅੰਦਰ ਸੰਸਕ੍ਰਿਤ ਦੇ ਸ਼ਲੋਕ ਲਿਖੇ ਹੋਏ ਦਿਸਦੇ ਹਨ। ਸੰਤਾਂ ਨੇ ਕਿਹਾ, ਕੱਲ ਉਹ ਸ਼ਲੋਕ ਲਿਖ ਕੇ ਲਿਆਈ। ਅਗਲੇ ਦਿਨ ਜਦ ਵੇਦ ਅੱਗੋਂ ਦੀ ਲੰਘਣ ਲੱਗੇ ਤਾਂ ਬ੍ਰਹਮ ਰਵੀ ਬ੍ਰਹਮ ਅਰਪਣ ਅਜੇ ਇਤਨਾ ਹੀ ਸ਼ਲੋਕ ਲਿਖਿਆ ਸੀ ਕਿ ਉਸ ਵੇਲੇ ਆਵਾਜ਼ ਆਈ, ਪੁਰਖਾ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ। ਖਾਲਸਾ ਜੀ ਦੱਸਿਆ ਕਰਦੇ ਕਿ ਉਸ ਵੇਲੇ ਇਹ ਗੱਲ ਸੁਣ ਕੇ ਸਾਡੇ ਨੇਤਰਾਂ ਵਿੱਚ ਵੈਰਾਗ ਦਾ ਜਲ ਭਰ ਆਇਆ। ਜਦੋਂ ਸੰਤਾਂ ਨੂੰ ਆ ਕੇ ਸ਼ਲੋਕ ਲਿਖਿਆ ਵਿਖਾਇਆ ਤਾਂ ਸੰਤ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ, ਤੈਨੂੰ ਹੁਣ ਬਹੁਤੀ ਵਿਦਿਆ ਪੜ੍ਹਨ ਦੀ ਲੋੜ ਨਹੀਂ, ਤੇਰਾ ਅਨੁਭਵ ਖੁੱਲ ਗਿਆ ਹੈ। ਸ੍ਰੀ ਸੁਖਮਨੀ ਸਾਹਿਬ ਦੀ ਇਹ ਪੌੜੀ ਸੰਤਾਂ ਨੇ ਪੜ੍ਹ ਕੇ ਸੁਣਾਈ। ਖੇਮ ਸਾਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਾਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ। ਸੰਤ ਸੁੰਦਰ ਸਿੰਘ ਜੀ ਜਥੇ ਦੇ ਸਿੰਘਾਂ ਨੂੰ ਕਹਿਣ ਲੱਗੇ ਕਿ ਹੋਰ ਸਿੰਘ ਤਾਂ ਬੁੱਧੀ ਤੇ ਵਿਦਿਆ ਦੇ ਬਲ ਨਾਲ ਗੁਰਬਾਣੀ ਦੇ ਅਰਥ ਕਰਦੇ ਹਨ, ਪਰ ਗੁਰਬਚਨ ਸਿੰਘ ਨੂੰ ਗੁਰਬਾਣੀ ਆਪ ਰਾਹ ਦਿੰਦੀ ਹੈ। ਆਪ ਸੰਥਾ ਕਰਦੇ, ਕਈ ਗ੍ਰੰਥ ਪੜ੍ਹਦੇ ਅਤੇ ਵਿਚਾਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ਾਨਾ ਪਾਠ, ਨਿਤਨੇਮ ਅਤੇ ਸਰੀਰਕ ਕਿਰਿਆਵਾਂ ਕਰਦੇ ਹੋਏ ਵੀ ਗੁਰਮੰਤਰ ਦੇ ਜਾਪ ਨੂੰ ਨਹੀਂ ਭੁੱਲਦੇ ਸਨ। ਸਵਾਸ ਸਵਾਸ ਗੁਰਮੰਤਰ ਦਾ ਸਿਮਰਨ ਅਭਿਆਸ ਚੱਲਦਾ ਰਹਿੰਦਾ ਸੀ। ਦਾਸ ਨੂੰ ਇੱਕ ਵਾਰ
ਪਟਿਆਲੇ ਸੰਤ ਜੀ ਕਹਿਣ ਲੱਗੇ ਕਿ ਜਦ ਤੂੰ ਕਥਾ ਕਰਦਾ ਹੈ ਤਾਂ ਨਾਲ ਨਾਲ ਗੁਰ ਮੰਤਰ ਦਾ ਵੀ ਸਿਮਰਨ ਕਰਿਆ ਕਰ। ਦਾਸ ਨੇ ਕਿਹਾ, ਜੀ ਦੋ ਕੰਮ ਇੱਕੋ ਸਮੇਂ ਕਿਵੇਂ ਹੋ ਸਕਦੇ ਹਨ? ਕਹਿਣ ਲੱਗੇ, ਜੇ ਸਿਮਰਨ ਦ੍ਰਿੜ ਹੋ ਜਾਵੇ ਤਾਂ ਕਥਾ ਕਰਦਿਆਂ ਵੀ ਸਿਮਰਨ ਚੱਲਦਾ ਰਹਿੰਦਾ ਹੈ। ਉਸ ਸਮੇਂ ਮੈਂ ਅਨੁਭਵ ਕੀਤਾ ਕਿ ਆਪ ਦੀ ਅਵਸਥਾ ਤਾਂ ਇਹ ਬਣ ਚੁੱਕੀ ਹੈ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਅਮਲੀ ਅਮਲ ਨ ਅੰਬੜੈ, ਮੱਛੀ ਨੀਰ ਨ ਹੋਏ। ਜੋ ਰਤੇ ਸਹਿ ਆਪਣੈ, ਤਿਨ ਭਾਵੈ ਸਭ ਕੋਏ। ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜੈ ਚਿਤ ਨ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨ ਪਾਇਆ ਰਾਮ। ਦੇਹਰਾਦੂਨ ਬਾਈ ਹਜੂਰਾ ਸਿੰਘ ਜੀ ਭਾਵ ਸੰਤਾਂ ਦਾ ਗੁਰ ਭਾਈ ਨੇ ਗਿਆਨੀ ਅਮਰ ਸਿੰਘ ਜੀ ਕਿਰਤੀ ਨੂੰ ਇੱਕ ਵਾਰ ਪੁੱਛਿਆ, ਭਾਈ ਗੁਰਬਚਨ ਸਿੰਘ ਕਿੰਨਾ ਸਮਾਂ ਸਿਮਰਨ ਅਭਿਆਸ ਕਰਦੇ ਹਨ? ਤਾਂ ਕਿਰਤੀ ਜੀ ਨੇ ਕਿਹਾ, ਸੰਤ ਜੀ ਮੈਨੂੰ ਤੁਸੀਂ ਇਹ ਦੱਸੋ ਕਿ ਮੱਛੀ ਕਿਸ ਵੇਲੇ ਪਾਣੀ ਪੀਂਦੀ ਹੈ? ਤਾਂ ਉਹਨਾਂ ਹੈਰਾਨ ਹੋ ਕੇ ਕਿਹਾ, ਇਸ ਦਾ ਕੀ ਭਾਵ ਹੈ? ਤਾਂ ਕਿਰਤੀ ਜੀ ਨੇ ਕਿਹਾ, ਸੰਤ ਜੀ ਮੱਛੀ ਦੇ ਜੀਵਨ ਦਾ ਆਧਾਰ ਹੀ ਪਾਣੀ ਹੈ। ਇਵੇਂ ਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਾ ਜੀਵਨ ਆਧਾਰ ਨਾਮ ਸਿਮਰਨ ਅਭਿਆਸ ਹੀ ਹੈ। ਯਥਾ ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਨਾਮ ਹਮਾਰੇ ਭੋਜਨ ਭਾਓ, ਨਾਮ ਹਮਾਰੇ ਮਨ ਕਾ ਸੁਆਓ। ਨਾਮ ਹਮਾਰੇ ਵੇਦ ਅਰਨਾਦ, ਨਾਮ ਹਮਾਰੇ ਪੂਰੇ ਕਾਜ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਗੁਰਧਾਮ ਯਾਤਰਾ 1975 ਬਿਕਰਮੀ 26 ਭਾਦਰੋਂ ਨੂੰ ਦਿਨ ਦੇ 3 ਵਜੇ ਬਾਬਾ ਖਜਾਨ ਸਿੰਘ ਜੀ ਸਰੀਰ ਤਿਆਗ ਗਏ। ਬਾਬਾ ਜੀ ਦੇ 10ਵੇਂ ਤੱਕ ਗਿਆਨੀ ਗੁਰਬਚਨ ਸਿੰਘ ਜੀ ਸੰਤਾਂ ਦੇ ਨਾਲ ਪਿੰਡਰੀ ਹੀ ਰਹੇ। ਬਾਅਦ ਵਿੱਚ ਸੰਤਾਂ ਤੋਂ ਆਗਿਆ ਲੈ ਕੇ ਦੀਪਮਾਲਾ ਸਮੇਂ ਅੰਮ੍ਰਿਤਸਰ ਆ ਗਏ। ਮੁੜਦਿਆਂ ਟਾਂਗਰਾ ਸਟੇਸ਼ਨ ਤੋਂ ਉਤਰ ਕੇ ਸੰਤ ਗੁਰਬਖਸ਼ ਸਿੰਘ ਜੀ ਪਾਸ ਜੱਬੋਵਾਲ ਪਿੰਡ ਚਲੇ ਗਏ। ਉਹਨਾਂ ਨੇ ਆਪ ਜੀ ਨੂੰ ਆਪਣੇ ਪਾਸ ਆਪਣੇ ਡੇਰੇ ਹੀ ਅਟਕਾ ਲਿਆ ਅਤੇ ਆਪ ਪਾਸੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਰਥਾਂ ਸਹਿਤ ਪੜ੍ਹਨਾ ਆਰੰਭ ਕਰ ਦਿੱਤਾ। ਉਸ ਸਮੇਂ ਭਾਈ ਗੁਰਬਚਨ ਸਿੰਘ ਭਾਵ 88 ਚੱਕ ਵਾਲਾ ਸਮੇਤ 3 ਸਿੰਘ ਆਪ ਜੀ ਦੇ ਨਾਲ ਸਨ। ਬਾਅਦ ਵਿੱਚ 2 ਸਿੰਘ ਚਲੇ ਗਏ। ਫਿਰ ਭਾਈ ਗੁਰਬਚਨ ਸਿੰਘ ਹੀ ਆਪ ਜੀ ਦੀ ਸੇਵਾ ਕਰਦਾ ਰਿਹਾ। ਵਿਸਾਖੀ ਤੋਂ 4 ਕੁ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦਾ ਭੋਗ ਪਾ ਕੇ ਸਿੰਘ ਬੇਲੇ ਵਿਖੇ ਮਹਿਤੇ ਵਾਲੇ ਸ਼ਾਹ ਦਲੀਪ ਸਿੰਘ ਨੂੰ ਮਿਲ ਕੇ ਬੋਪਾ ਰਾਏ ਵੱਡੇ ਸੰਤਾਂ ਕੋਲ ਆ ਗਏ। ਉਥੋਂ ਪਾਤਸ਼ਾਹ ਹਰਨਾਮ ਸਿੰਘ ਚੱਕਰਵਰਤੀ ਨੂੰ ਨਾਲ ਲੈ ਕੇ ਪੰਜੋਖਰਾ ਸਾਹਿਬ ਪਹੁੰਚ ਗਏ। ਭਾਈ ਗੁਰਬਚਨ ਸਿੰਘ 88 ਚੱਕ ਵਾਲਾ ਪਹਿਲਾਂ ਹੀ ਉੱਥੇ ਸੀ। 10 ਕੁ ਦਿਨ ਠਹਿਰ ਕੇ 1929 ਈਸਵੀ ਵਿਸਾਖ ਦੇ ਦਿਨਾਂ ਵਿੱਚ ਹੀ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਨੂੰ ਪੈਦਲ ਚੱਲ ਪਏ। ਇਸੇ ਯਾਤਰਾ ਸਮੇਂ ਰਸਤੇ ਵਿੱਚ ਇੱਕ ਸਾਧੂ ਨੇ ਧਰਤੀ ਤੇ ਰੋਟੀ ਪਕਾ ਕੇ ਛਕਾਈ। ਸੰਤ ਭੁੱਖੇ ਸਨ, ਛਕ ਕੇ ਬਹੁਤ ਖੁਸ਼ ਹੋਏ। ਇਸ ਯਾਤਰਾ ਸਮੇਂ ਗੁਰਬਚਨ ਸਿੰਘ 88 ਚੱਕ ਵਾਲਾ, ਪਾਤਸ਼ਾਹ ਹਰਨਾਮ ਸਿੰਘ ਚੱਕਰਵਰਤੀ, ਵਰਿਆਮ ਸਿੰਘ ਦੁਆਬਾ ਗਰੀਬ ਨਿਵਾਜ ਅਤੇ ਧਰਮ ਸਿੰਘ ਪੰਜੋਖਰਾ ਸਾਹਿਬ ਨਾਲ ਸਨ। ਤਖਤ ਸ੍ਰੀ ਹਜੂਰ ਸਾਹਿਬ ਅਤੇ ਸੰਬੰਧਿਤ ਗੁਰਦੁਆਰਿਆਂ ਦੀ ਸ਼ਰਧਾ ਸਹਿਤ ਯਾਤਰਾ ਕੀਤੀ। 6 ਮਹੀਨੇ ਲਗਾਤਾਰ ਉੱਥੇ ਰਹੇ। ਵਾਪਸ ਮੁੜਦਿਆਂ ਰੇਲ ਰਾਹੀਂ ਬਾਕੀ 4 ਤਖਤਾਂ ਦੀ ਯਾਤਰਾ ਕਰਕੇ
ਵਾਪਸ ਪੰਜੋਖਰਾ ਸਾਹਿਬ ਆ ਗਏ। ਪੰਜੋਖਰਾ ਸਾਹਿਬ ਕਥਾ ਆਰੰਭ। ਵੱਡੇ ਸੰਤਾਂ ਪਾਸ ਪੜਨ ਤੋਂ ਬਾਅਦ ਇੱਥੇ ਆ ਕੇ ਆਪ ਜੀ ਨੇ ਆਪਣੀ ਪਹਿਲੀ ਸੰਥਾ ਕਥਾ ਆਰੰਭ ਕੀਤੀ। ਗੜਵਈ ਦੀ ਸੇਵਾ ਕਰਨ ਵਾਲਾ ਭਾਈ ਗੁਰਬਚਨ ਸਿੰਘ 88 ਚੱਕ ਵਾਲਾ ਹੀ ਸੀ ਅਤੇ ਨਾਲ ਨਾਲ ਪੜ੍ਹਾਈ ਵੀ ਕਰਦਾ ਸੀ। ਹੋਰ ਵਿਦਿਆਰਥੀ ਵੀ ਸਨ। ਕਥਾ ਅਜੇ ਆਸਾ ਰਾਗ ਵਿੱਚ ਹੀ ਚੱਲ ਰਹੀ ਸੀ ਕਿ ਵੱਡੇ ਸੰਤਾਂ ਦੇ ਬਿਮਾਰ ਹੋਣ ਦੀ ਖਬਰ ਆ ਗਈ। ਖਬਰ ਸੁਣਦਿਆਂ ਸਾਰ ਲੁਧਿਆਣੇ ਹਸਪਤਾਲ ਆ ਕੇ ਸੰਤਾਂ ਦੇ ਦਰਸ਼ਨ ਕੀਤੇ। ਫਿਰ ਸੰਤਾਂ ਦੇ ਸਰੀਰ ਤਿਆਗਣ ਤੱਕ ਸੰਤਾਂ ਦੀ ਹਜ਼ੂਰੀ ਸੇਵਾ ਵਿੱਚ ਹਾਜ਼ਰ ਰਹੇ। ਸੰਤ ਸੁੰਦਰ ਸਿੰਘ ਜੀ ਦੀ ਬਿਮਾਰੀ ਦਾ ਕਾਰਨ। ਅਕਾਲੀ ਲਹਿਰ ਸਮੇਂ ਜਦ ਸਿੰਘਾਂ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਦਿੱਤੀ ਤਾਂ ਬਾਹਰ ਦੇ ਸਿੰਘਾਂ ਨੇ ਵੀ ਹੜਤਾਲ ਨਾਲ ਹਮਦਰਦੀ ਵਜੋਂ ਪਾਣੀ ਤੋਂ ਬਿਨਾਂ ਹੋਰ ਕੁਝ ਖਾਣਾ ਬੰਦ ਕਰ ਦਿੱਤਾ। ਸੰਤ ਸੁੰਦਰ ਸਿੰਘ ਜੀ ਵੀ ਕਈ ਦਿਨ ਭੁੱਖੇ ਰਹੇ। ਮੋਗੇ ਅਕਾਲੀ ਦਲ ਦੇ ਲੀਡਰਾਂ ਵੱਲੋਂ ਦੀਵਾਨ ਸਜਾਇਆ ਗਿਆ। ਉਸ ਦੀਵਾਨ ਲਈ ਲੀਡਰ ਸੰਤਾਂ ਨੂੰ ਮਨਾ ਕੇ ਲੈ ਆਏ। ਕਈ ਦਿਨਾਂ ਦਾ ਖਾਣਾ ਨਹੀਂ ਖਾਧਾ ਸੀ। ਪੇਟ ਖਾਲੀ ਸੀ। ਦੀਵਾਨ ਵਿੱਚ 15,000 ਸੰਗਤ ਦਾ ਇਕੱਠ ਸੀ। ਉਹਨਾਂ ਦਿਨਾਂ 'ਚ ਲਾਊਡ ਸਪੀਕਰ ਨਹੀਂ ਹੁੰਦੇ ਸਨ। ਹਰ ਇੱਕ ਬੁਲਾਰਾ ਇੰਨੇ ਵੱਡੇ ਇਕੱਠ ਨੂੰ ਟਿਕਾ ਨਹੀਂ ਸੀ ਸਕਦਾ। ਸੰਤਾਂ ਦੀ ਆਵਾਜ਼ ਬਹੁਤ ਉੱਚੀ, ਰਸੀਲੀ ਤੇ ਤਾਕਤਵਰ ਸੀ। ਇਸੇ ਖਿਆਲ ਨਾਲ ਲੀਡਰ ਆਪ ਜੀ ਨੂੰ ਨਾਲ ਲੈ ਕੇ ਆਏ ਸਨ। ਸੰਤ ਲਗਾਤਾਰ 5 ਘੰਟੇ ਕੀਰਤਨ ਦੇ ਵਖਿਆਨ ਦੁਆਰਾ ਉੱਚੀ ਸੁਰ 'ਚ ਬੋਲਦੇ ਰਹੇ। ਸਰੀਰ ਵਿੱਚ ਬਹੁਤ ਜ਼ੋਰ ਦਾ ਮੁੜਕਾ ਆਇਆ। ਅੰਗ ਅੰਗ ਗਰਮਾਇਸ਼ ਨਾਲ ਭਰ ਗਿਆ, ਜਿਸ ਨਾਲ ਹੱਦੋਂ ਵੱਧ ਤ੍ਰੇਹ ਲੱਗੀ। ਜਦੋਂ ਪ੍ਰਚਾਰ ਤੋਂ ਹਟ ਕੇ ਬੈਠੇ ਤਦ ਬੈਠਦਿਆਂ ਹੀ ਠੰਡਾ ਜਲ ਪੀ ਲਿਆ। ਜਲ ਪੀਂਦਿਆਂ ਸਾਰ ਹੀ ਠੰਡਾ ਜਲ ਤਾਰ ਵਾਂਗ ਸਾਰੇ ਸਰੀਰ ਵਿੱਚ ਫਿਰ ਗਿਆ। ਜਿਗਰ ਫੈਲ ਕੇ ਇੱਕਦਮ ਸੁੰਗੜ ਗਿਆ। 3.5 ਇੰਚ ਤੋਂ 2.5 ਇੰਚ ਹੋ ਗਿਆ। ਜਿਗਰ ਕਮਜ਼ੋਰ ਹੋਣ ਕਰਕੇ ਖੂਨ ਬਣਨੋਂ ਹਟ ਗਿਆ। ਖੁਰਾਕ ਦਾ ਪਾਣੀ ਬਣਨ ਲੱਗ ਪਿਆ। ਜਦ ਸਰੀਰ 'ਚ ਬਲ ਨਾ ਰਿਹਾ ਅਤੇ ਬਿਮਾਰੀ ਵੱਧ ਗਈ ਤਾਂ ਪਤਾ ਲੱਗਾ। ਲੁਧਿਆਣੇ ਖਾਲਸਾ ਸਕੂਲ 'ਚ ਦੀਵਾਨ ਲੱਗਾ ਤਾਂ ਹੈੱਡ ਮਾਸਟਰ ਅਤੇ ਹੋਰ ਸਿੰਘਾਂ ਦੇ ਕਹਿਣ ਤੇ ਡਾਕਟਰ ਤੋਂ ਮੁਆਇਨਾ ਕਰਵਾਇਆ ਤਾਂ ਡਾਕਟਰ ਨੇ ਦੱਸਿਆ ਕਿ ਸਰੀਰ 'ਚ ਪਾਣੀ ਪੈਣ ਲੱਗ ਪਿਆ ਹੈ। ਸੰਤ ਬੇਪਰਵਾਹ ਬਿਰਤੀ 'ਚ ਕਹਿਣ ਲੱਗੇ, ਘਬਰਾਓ ਨਹੀਂ, ਕਰਤਾਰ ਦਾ ਭਾਣਾ ਹੀ ਹੈ। ਸਰੀਰ ਦੇ ਚੱਲਣ ਦਾ ਬਹਾਨਾ ਬਣ ਗਿਆ ਹੈ। ਇਸੇ ਹੀ ਹਾਲਤ ਵਿੱਚ ਕੁਝ ਦਿਨ ਬੋਪਾ ਰਾਏ ਰਹੇ। ਫਿਰ ਲੁਧਿਆਣੇ ਡਾਕਟਰ ਦੀਵਾਨ ਸਿੰਘ ਸਿਵਲ ਸਰਜਨ ਦੇ ਬੇਨਤੀ ਕਰਨ ਤੇ ਹਸਪਤਾਲ ਵਿੱਚ ਦਾਖਲ ਹੋ ਗਏ। ਖਾਲਸਾ ਸਕੂਲ ਦੇ ਚੁਬਾਰੇ 'ਚ ਸੰਤਾਂ ਦਾ ਉਤਾਰਾ ਕਰਵਾਇਆ। ਹੈੱਡ ਮਾਸਟਰ ਨਿਰੰਜਨ ਸਿੰਘ, ਮਾਸਟਰ ਮੋਹਨ ਸਿੰਘ ਅਤੇ ਗਿਆਨੀ ਭਗਤ ਸਿੰਘ ਸਾਰੇ ਪ੍ਰੇਮ ਨਾਲ ਸੇਵਾ ਕਰਦੇ ਰਹੇ। 1 ਮਹੀਨੇ ਬਾਅਦ ਡਾਕਟਰ ਦੇ ਕਹਿਣ ਤੇ ਥਾਂ ਦੀ ਬਦਲੀ ਕੀਤੀ ਅਤੇ ਆਪ ਸਰਦਾਰ ਰਣਧੀਰ ਸਿੰਘ ਸੰਘੇੜਾ ਦੇ ਬਾਗ ਵਿੱਚ ਬਣੀ ਕੋਠੀ ਵਿੱਚ ਆ ਗਏ। ਦਵਾਈ ਪਿਆ ਕੇ ਇੱਕ ਟੀਕਾ ਲਗਾ ਕੇ ਡਾਕਟਰ ਨੇ ਨਾਭੀ ਹੇਠ ਸੂਆ ਲਾ ਕੇ ਇੱਕ ਬਾਲਟੀ ਪਾਣੀ ਕੱਢਿਆ। ਦੂਜੀ ਵਾਰ ਸੰਤਾਂ ਨੇ ਬਿਨਾਂ ਟੀਕੇ ਤੇ ਦਵਾਈ ਪੀਤੀ ਤੋਂ ਸੂਏ ਨਾਲ ਪਾਣੀ ਕਢਵਾਇਆ। ਅਡੋਲ ਰਹੇ, ਤਕਲੀਫ ਮਹਿਸੂਸ ਨਹੀਂ ਕੀਤੀ। ਦੇਹ ਤੋਂ ਅਸੰਗ ਰਹੇ। ਪਹਿਲਾ ਸੂਆ 7 ਜਨਵਰੀ 24 ਮਾਘ ਤੇ ਦੂਜਾ 28 ਮਾਘ ਨੂੰ ਲਾ ਕੇ ਪਾਣੀ ਕੱਢਿਆ। ਸਰੀਰ ਬਹੁਤ ਕਮਜ਼ੋਰ ਹੋ ਗਿਆ। 24 ਮਾਘ ਨੂੰ ਸੰਤਾਂ ਨੇ ਸੰਗਤ ਨੂੰ ਕਿਹਾ, ਬਾਹਰ ਕਰਤੇ ਦੀ ਕੁਦਰਤ ਦਾ ਰੰਗ ਵੇਖਣਾ ਮੰਗਦਾ ਹਾਂ। ਹਿੰਮਤ ਕਰੋ ਤੇ ਮੇਰਾ ਮੰਜਾ ਖਿੜੀ ਸਰੋਂ ਦੇ ਖੇਤ ਦੇ ਬੰਨੇ ਤੇ ਲੈ ਚੱਲੋ। ਸਿੰਘਾਂ ਨੇ ਸੰਤਾਂ ਦਾ ਪਲੰਗ ਖੇਤ ਦੇ ਕਿਨਾਰੇ ਤੇ ਲਿਆ ਕੇ ਰੱਖ ਦਿੱਤਾ। ਫੁੱਲ ਖਿੜੇ ਵੇਖ ਕੇ ਵੇ ਸਮਾਧ ਵਿੱਚ ਆ ਗਏ।
ਸਿੰਘਾਂ ਨੇ ਸਰੋਂ ਦੇ ਖਿੜੇ ਫੁੱਲ ਤੋੜ ਕੇ ਸੰਤਾਂ ਕੋਲ ਲਿਆ ਰੱਖੇ। ਸੰਤਾਂ ਨੇ ਹੱਥਾਂ 'ਚ ਫੁੱਲ ਲੈ ਕੇ ਸੁੰਘੇ ਤੇ ਹੱਸ ਪਏ, ਬਹੁਤ ਖੁਸ਼ ਹੋਏ। ਫੁੱਲ ਹੱਥ 'ਚ ਫੜੇ ਹੋਏ ਸਨ ਅਤੇ ਆਪਣੇ ਕੋਲ ਖੜੇ ਨਿਰਮਾਨ ਹਜ਼ੂਰੀ ਸੇਵਕ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ, ਜੇ ਤੇਰਾ ਕੋਈ ਸਵਾਲ ਹੈ ਤਾਂ ਕਰ ਅਤੇ ਉਸ ਦਾ ਉੱਤਰ ਲੈ ਲੈ। ਗਿਆਨੀ ਜੀ ਨੇ ਤਦੋਂ ਇਹ ਬੇਨਤੀ ਕੀਤੀ, ਸੰਤ ਜੀ, ਵਾਹਿਗੁਰੂ ਮਿਲਾਪ ਵਿੱਚ ਵਿਦਿਆ ਵੀ ਕੋਈ ਸਹਾਇਤਾ ਕਰ ਸਕਦੀ ਹੈ। ਤਾਂ ਹੱਥ ਵਿੱਚ ਫੜੇ ਫੁੱਲ ਵਿਖਾ ਕੇ ਸੰਤ ਜੀ ਬੋਲੇ, ਫੁੱਲਾਂ ਦੇ ਰੂਪ ਨੂੰ ਨੇਤਰ ਹੀ ਜਾਣਦੇ ਹਨ, ਸੁਗੰਧੀ ਨਾਸਾਂ ਕਰਕੇ ਪਛਾਣੀ ਜਾਂਦੀ ਹੈ। ਇਹਨਾਂ ਦੀ ਕੋਮਲਤਾ ਦਾ ਪਤਾ ਹੱਥਾਂ ਨਾਲ ਸਪਰਸ਼ ਤੋਂ ਲੱਗਦਾ ਹੈ। ਇਵੇਂ ਹੀ ਬ੍ਰਹਮ ਵਿਦਿਆ ਨੇਤਰਾਂ ਵਾਂਗ ਦ੍ਰਿਸ਼ਟਾ ਦੇ ਰੂਪ ਵਾਹਿਗੁਰੂ ਨੂੰ ਪ੍ਰਗਟ ਕਰਕੇ ਦਿਖਾ ਦਿੰਦੀ ਹੈ। ਵਿਦਿਆਹੀਣ ਪੁਰਸ਼ ਅੰਧੇ ਪੁਰਖ ਵਰਗਾ ਹੈ ਜੋ ਦੇਖ ਨਹੀਂ ਸਕਦਾ। ਸਿਮਰਨ ਨਾਸਾਂ ਦੀ ਤਰ੍ਹਾਂ ਹੈ ਜੋ ਭਗਤੀ ਦੀ ਸੁਗੰਧੀ ਨੂੰ ਪ੍ਰਗਟ ਕਰਦਾ ਹੈ। ਸਿਮਰਨਹੀਣ ਪੁਰਸ਼ ਨੂੰ ਗੁਣ ਗੁਣੇ ਵਾਂਗ ਸੁਗੰਧੀ ਰੂਪ ਵਾਹਿਗੁਰੂ ਦਾ ਅਨੁਭਵ ਨਹੀਂ ਹੋ ਸਕਦਾ। ਗੁਰੂ ਘਰ ਦੀ ਸੇਵਾ ਕਰਨ ਵਾਲੇ ਦਾ ਹਿਰਦਾ ਕੋਮਲ ਹੋ ਜਾਂਦਾ ਹੈ। ਕੋਮਲ ਹਿਰਦੇ ਵਾਲਾ ਪੁਰਸ਼ ਹੀ ਕੋਮਲ ਰੂਪ ਪਰਮੇਸ਼ਰ ਨੂੰ ਮਹਿਸੂਸ ਕਰ ਸਕਦਾ ਹੈ। ਇਉਂ ਗੁਰੂ ਘਰ ਵਿੱਚ ਸੇਵਾ, ਸਿਮਰਨ ਅਤੇ ਵਿਦਿਆ ਤਿੰਨੇ ਹੀ ਹਰੀ ਦੇ ਪ੍ਰਬੀਨ ਰੂਪ ਨੂੰ ਪ੍ਰਗਟ ਕਰਨ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਪਰ ਗੁਰਾਂ ਦੀ ਕਿਰਪਾ ਦੁਆਰਾ ਜੇ ਵਿਦਿਆ ਦੀ ਵਿਚਾਰ ਕਰੋ ਤੇ ਉਸ ਆਤਮ ਵਿਚਾਰ ਰਾਹੀਂ ਆਤਮਾ ਅਤੇ ਪਰਮਾਤਮਾ ਨੂੰ ਇੱਕ ਰੂਪ ਵੇਖੋ, ਤਾਂ ਹੀ ਜ਼ਿੰਦਗੀ ਦੀ ਪੂਰਨ ਸਫਲਤਾ ਪ੍ਰਾਪਤ ਹੁੰਦੀ ਹੈ। ਬ੍ਰਹਮ ਵਿਦਿਆ ਤਦ ਹੀ ਸਹਾਈ ਹੁੰਦੀ ਹੈ ਜੇ ਪਹਿਲਾਂ ਹਉਮੈ ਦਾ ਨਾਸ ਕਰੋ। ਫਿਰ ਸੰਤਾਂ ਨੇ ਕਿਹਾ, ਗਿਆਨੀ ਗੁਰਬਚਨ ਸਿੰਘ ਜੀ, ਸਾਡੇ ਪਾਸੋਂ ਇਸ ਸਮੇਂ ਤੇਰੀ ਜੋ ਇੱਛਾ ਹੈ ਮੰਗ ਲੈ। ਭਗਤੀ ਜਾਂ ਮਾਇਆ ਦੋਹਾਂ ਚੋਂ ਕੀ ਚਾਹੀਦਾ ਹੈ ਮੰਗ ਲੈ। ਗਿਆਨੀ ਜੀ ਨੇ ਨਿਮਰਤਾ 'ਚ ਸਿਰ ਝੁਕਾਇਆ, ਹੱਥ ਜੋੜੇ ਅਤੇ ਅਰਜ਼ ਕੀਤੀ, ਮਹਾਰਾਜ, ਮੈਨੂੰ ਪ੍ਰੇਮਾ ਭਗਤੀ ਸਹਿਤ ਪੂਰਨ ਗੁਰ ਸਿੱਖੀ ਦੀ ਦਾਤ ਬਖਸ਼ੋ। ਤਾਂ ਸੰਤਾਂ ਪਹਿਲਾਂ ਹੇਠ ਲਿਖੇ ਉਪਦੇਸ਼ ਰੂਪ ਬਚਨ ਕਹੇ। ਸਭ ਤੋਂ ਪਹਿਲਾ ਬਚਨ ਕੀਤਾ, ਨੰਬਰ 1, ਵਾਹਿਗੁਰੂ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਤੈਨੂੰ ਪ੍ਰੇਮਾ ਭਗਤੀ ਸਹਿਤ ਪੂਰਨ ਗੁਰ ਸਿੱਖੀ ਪ੍ਰਾਪਤ ਹੋਵੇਗੀ। ਦੂਸਰਾ, ਮਾਇਆ ਦੀ ਕਦੀ ਭੁੱਲ ਕੇ ਵੀ ਇੱਛਾ ਨਾ ਕਰੀ। ਨਿਰ ਇੱਛਤ ਹੋ ਕੇ ਖੁੱਲਾ ਵਿਵਹਾਰ ਚਲਾਈ। ਮਾਇਆ ਵੀ ਤੇਰੇ ਪਾਸ ਬਹੁਤ ਆਵੇਗੀ, ਪਰ ਹਿਰਦੇ ਵਿੱਚ ਆਸਾ ਨਾ ਰੱਖੀ, ਸਦਾ ਉਪਰਾਮ ਰਹੀ। ਤੀਜਾ ਬਚਨ, ਬਹੁਤਾ ਨਹੀਂ ਬੋਲਣਾ, ਇਹ ਨੀਤੀ ਸਦਾ ਯਾਦ ਰੱਖੀ। ਚੌਥਾ, ਸੰਜਮ ਰੱਖਣਾ ਅਤੇ ਸਾਦਾ ਬਸਤਰ ਪਹਿਨਣਾ। ਪੰਜਵਾਂ, ਤੈਨੂੰ ਗੁਰਮਤਿ ਵਿਦਿਆ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪਦੇ ਹਾਂ। ਇਸ ਨੂੰ ਆਪਣੇ ਸਿਰ ਤੇ ਹੁਕਮ ਰੂਪ ਡੰਡਾ ਜਾਣੀ। ਜ਼ਿੰਦਗੀ ਦੇ ਅੰਤਲੇ ਸਾਹਾਂ ਤੱਕ ਸਿੰਘਾਂ ਅਤੇ ਸੰਗਤਾਂ ਨੂੰ ਗੁਰਬਾਣੀ ਪੜ੍ਹਾਈ। ਛੇਵਾਂ, ਸੰਥਾ ਕਰਵਾ ਕੇ ਇਕਾਂਤ ਰਹੀ, ਤੇਰੀ ਇਸ ਤਰ੍ਹਾਂ ਹੀ ਲਿਵ ਲੱਗ ਜਾਏਗੀ। ਸਤਵਾਂ, ਸਿੰਘਾਂ ਨੂੰ ਸਦਾ ਆਪਣੇ ਅੰਗ ਸੰਗ ਰੱਖੀ, ਇਉਂ ਤੇਰੀ ਜ਼ਿੰਦਗੀ ਸਹਿਜੇ ਹੀ ਨਿਰਵਿਕਾਰ ਰਹੇਗੀ। ਅੱਠਵਾਂ, ਕਿਸੇ ਪ੍ਰਕਾਰ ਦੀ ਹਉਮੈ ਨਾ ਕਰੀ ਤੇ ਜਗਤ ਨੂੰ ਭੇਖ ਨਾ ਵਿਖਾਈ। ਨੌਵਾਂ ਬਚਨ, ਹਿਰਦੇ ਵਿੱਚ ਗਰੀਬੀ ਤੇ ਗੁਰਮਤਿ ਨੂੰ ਧਾਰ ਕੇ ਇੱਕ ਰਸ ਰਹੀ। ਦਸਵਾਂ ਬਚਨ, ਸਦਾ ਗੁਰਮਤਿ ਦਾ ਪ੍ਰਚਾਰ ਕਰੀ, ਸਾਡੀ ਇਹ ਆਗਿਆ ਕਦੇ ਵੀ ਨਾ ਭੁਲਾਈ। ਉਪਰੋਕਤ ਬਚਨ ਕਹਿ ਕੇ ਸੰਤਾਂ ਨੇ ਆਪਣੇ ਹੱਥ 'ਚ ਫੜੇ ਫੁੱਲ ਗਿਆਨੀ ਗੁਰਬਚਨ ਸਿੰਘ ਜੀ ਦੇ ਸੀਸ ਤੇ ਰੱਖ ਦਿੱਤੇ ਅਤੇ ਨਾਲ ਹੀ ਕਿਹਾ, ਹੇ ਭਾਈ, ਆਪਣਾ ਨਿਹਕਲੰਕ ਜੀਵਨ ਰੱਖੀ। ਇਹ ਅਸਚਰਜ ਅਤੇ ਅਨੂਠੀ ਬਖਸ਼ਿਸ਼ ਆਪਣੇ ਆਪ ਤੇ ਹੋਈ ਦੇਖ ਕੇ ਗਿਆਨੀ ਗੁਰਬਚਨ ਸਿੰਘ ਜੀ ਸੰਤਾਂ ਦੇ ਚਰਨਾਂ ਤੇ ਟਹਿ ਪਏ। ਸੰਤਾਂ ਨੇ ਉਠਾ ਕੇ ਆਪਣੇ ਕੰਠ ਨਾਲ ਲਾ ਲਿਆ ਅਤੇ ਕਿਹਾ,
ਗੁਰੂ ਨੇ ਤੇਰੀ ਹਉਮੈ ਨਾਸ਼ ਕਰ ਦਿੱਤੀ ਹੈ। ਤੂੰ ਸੰਗਤ ਦੇ ਚਰਨ ਧੂੜ ਬਣ ਕੇ ਰਹੀਂ। ਨਾਮ ਨੂੰ ਹੀ ਬ੍ਰਹਮ ਗਿਆਨ ਸਮਝੀ। ਇਸ ਕਰਕੇ ਅੱਠੇ ਪਹਿਰ ਨਾਮ ਜਪੀ ਤੇ ਆਨੰਦ ਮਾਣੀ। ਇਸ ਸਮੇਂ ਜਥੇ ਦੇ ਕੁਝ ਸਿੰਘ ਵੀ ਕੋਲ ਸਨ, ਜਿਨ੍ਹਾਂ ਨੇ ਸੰਤਾਂ ਦੇ ਇਹ ਬਖਸ਼ਿਸ਼ ਭਰੇ ਬਚਨ ਸੁਣੇ। ਇੰਨੇ ਨੂੰ ਡਾਕਟਰ ਦੀਵਾਨ ਸਿੰਘ ਜੀ ਵੀ ਆ ਗਏ। ਉਹਨਾਂ ਨੇ ਸੰਤਾਂ ਦਾ ਪੂਰੀ ਤਰ੍ਹਾਂ ਡਾਕਟਰੀ ਮੁਆਇਨਾ ਕੀਤਾ ਅਤੇ ਜਾਣਿਆ ਕਿ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ, ਰੋਗ ਕੋਈ ਨਹੀਂ ਹੈ। ਬੜਾ ਹੈਰਾਨ ਹੋਇਆ। ਸੰਤਾਂ ਨੇ ਕਿਹਾ, ਅਸੀਂ ਬੋਪਾ ਰਾਏ ਜਾਣਾ ਚਾਹੁੰਦੇ ਹਾਂ। ਤੁਰਨ ਸਮੇਂ ਡਾਕਟਰ ਨੇ ਨਬਜ਼ ਦੇਖੀ ਅਤੇ ਹੋਰ ਵੀ ਮੁਆਇਨਾ ਕੀਤਾ ਅਤੇ ਕਿਹਾ, ਇਸ ਵੇਲੇ ਆਪ ਬਿਲਕੁਲ ਅਰੋਗ ਹੋ। ਇਸ ਤੋਂ ਬਾਅਦ ਸੰਤਾਂ ਨੇ ਕੋਈ ਦਵਾਈ ਨਹੀਂ ਖਾਧੀ। ਸੰਤ ਇੰਦਰ ਸਿੰਘ ਅਤੇ ਭਿੰਡਰਾਂ ਦੀ ਸੰਗਤ ਸੰਤਾਂ ਨੂੰ ਭਿੰਡਰੀ ਲੈ ਜਾਣਾ ਚਾਹੁੰਦੀ ਸੀ, ਪਰ ਸੰਤ ਅਜੈਬ ਸਿੰਘ ਅਤੇ ਬੋਪਾ ਰਾਏ ਦੀ ਸੰਗਤ ਵਧੇਰੇ ਜ਼ੋਰ ਦੇ ਰਹੀ ਸੀ ਕਿ ਸੰਤ ਜੀ ਬੋਪਾ ਰਾਏ ਚੱਲਣ। ਅਖੀਰ ਨੂੰ ਸੰਤਾਂ ਨੇ ਬੋਪਾ ਰਾਏ ਚੱਲਣ ਦੀ ਪ੍ਰਵਾਨਗੀ ਦੇ ਦਿੱਤੀ। 30 ਮਾਘ ਨੂੰ ਬੱਸਾਂ ਤੇ ਚੜ੍ਹ ਕੇ ਸੰਗਤ ਸਮੇਤ ਬੋਪਾ ਰਾਏ ਆ ਗਏ। ਅਖੰਡ ਪਾਠ ਪਹਿਲਾਂ ਹੀ ਚੱਲ ਰਹੇ ਸਨ। ਨਗਰ ਇਲਾਕੇ ਅਤੇ ਦੂਰ ਦੁਰਾਡੇ ਦੀਆਂ ਸੰਗਤਾਂ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਚਲੀਆਂ ਗਈਆਂ। 3 ਫੱਗਣ ਦੀ ਰਾਤ ਨੂੰ ਬਹੁਤ ਸਾਰੀ ਸੰਗਤ ਸੰਤ ਜੀ ਦੇ ਪਾਸ ਬੈਠੀ ਹੋਈ ਸੀ ਅਤੇ ਸ੍ਰੀ ਅਖੰਡ ਪਾਠ ਵੀ ਪ੍ਰਾਰੰਭ ਸਨ। ਇਹ ਸੰਤਾਂ ਦੇ ਆਖਰੀ ਦਰਸ਼ਨ ਸਨ। ਸੰਤਾਂ ਨੇ ਕੋਲ ਬੈਠੀ ਸੰਗਤ ਨੂੰ ਕਿਹਾ, ਜੇ ਕਿਸੇ ਨੇ ਕੁਝ ਪੁੱਛਣਾ ਹੈ ਤਾਂ ਪੁੱਛ ਲਓ, ਫਿਰ ਨਾ ਅਸਾਂ ਨੂੰ ਕੋਈ ਬੁਲਾਵੇ। ਸੰਤਾਂ ਵੱਲੋਂ ਅੰਤਮ ਉਪਦੇਸ਼। ਪਹਿਲਾ ਬਚਨ, ਪ੍ਰੇਮੀਓ, ਭਾਵੇਂ ਕਿਸੇ ਵੀ ਭੇਖ ਦਾ ਸੰਤ ਹੋਵੇ, ਸਭ ਨਾਲ ਪ੍ਰੇਮ ਕਰਨਾ। ਦੂਜਾ ਬਚਨ, ਜੇ ਕੋਈ ਆਪ ਤੋਂ ਘੱਟ ਪੜ੍ਹਿਆ ਹੋਵੇ, ਉਸ ਦੀ ਨਿਰਾਦਰੀ ਕਰਨ ਵਾਸਤੇ ਉਸ ਦੀ ਸਮਝ ਤੋਂ ਪਰੇ ਦੀ ਗੱਲ ਉਸ ਤੋਂ ਨਹੀਂ ਪੁੱਛਣੀ। ਤੀਜਾ ਬਚਨ, ਜੇ ਮਿਲ ਕੇ ਰਹੋਗੇ ਤਾਂ ਤੁਹਾਡੀ ਚੜ੍ਹਦੀ ਕਲਾ ਰਹੇਗੀ। ਇਸ ਤੋਂ ਬਾਅਦ ਆਪ ਨਹੀਂ ਬੋਲੇ। 29ਵਾਂ ਸਾਲ ਸੰਨ 1930 ਈਸਵੀ ਸੰਤ ਸੁੰਦਰ ਸਿੰਘ ਜੀ ਦਾ ਗੁਰਪੁਰੀ ਪਿਆਨਾ। 4 ਫੱਗਣ ਨੂੰ ਸਵੇਰੇ 8 ਵਜੇ ਸੰਤਾਂ ਨੇ ਕਿਹਾ, ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਦੇ ਸ਼ਲੋਕ ਪੜ੍ਹ ਦਿਓ। ਆਸਾ ਦੀ ਵਾਰ ਦੇ ਬਾਕੀ ਸ਼ਲੋਕਾਂ ਦਾ ਕੀਰਤਨ ਬਾਅਦ ਚ ਕਰਿਓ। 7:15 ਵਜੇ ਸ਼ਲੋਕ ਪੜ੍ਹੇ ਗਏ। ਨਾਲ ਹੀ ਸੰਤ ਜੀ ਆਪਣਾ 5 ਭੂਤਕ ਸਰੀਰ ਤਿਆਗ ਕੇ ਸੂਰਜ ਕਿਰਨ ਮਿਲੇ। ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਪਦਵੀ ਨੂੰ ਪ੍ਰਾਪਤ ਹੋ ਕੇ ਸੱਚਖੰਡ ਜਾ ਬਿਰਾਜੇ। 2 ਫੱਗਣ ਤੋਂ ਆਰੰਭ ਅਖੰਡ ਪਾਠ ਦਾ ਭੋਗ ਪਾਇਆ ਗਿਆ। ਕੀਰਤਨ ਹੁੰਦਾ ਰਿਹਾ। ਦਿਨ ਢਲੇ ਤੱਕ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਫਿਰ ਸਰੀਰ ਦਾ ਇਸ਼ਨਾਨ ਕਰਵਾ ਕੇ ਗੁਰਦੁਆਰੇ ਦੀ ਪਰਿਕਰਮਾ ਕੀਤੀ ਗਈ ਅਤੇ ਗੁਰਦੁਆਰੇ ਦੇ ਪਹਾੜ ਪੱਛਮ ਦੇ ਕੋਨੇ ਵਿੱਚ ਸ਼ਾਮ ਨੂੰ ਸਰੀਰ ਦਾ ਗੁਰਮਤ ਅਨੁਸਾਰ ਅੰਤਮ ਸੰਸਕਾਰ ਕਰ ਦਿੱਤਾ ਗਿਆ। ਹਰ ਰੋਜ਼ ਕੀਰਤਨ ਅਤੇ ਸਹਿਸਕ੍ਰਿਤੀ ਸ਼ਲੋਕਾਂ ਦੀ ਕਥਾ ਹੁੰਦੀ ਰਹੀ। ਕਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪ ਕਰਦੇ ਰਹੇ। 13 ਫੱਗਣ ਨੂੰ 10ਵੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ ਗਿਆ। ਬੜਾ ਭਾਰੀ ਦੀਵਾਨ ਸੱਜਿਆ। ਇਸ ਸਮੇਂ ਸੰਤ ਗੁਲਾਬ ਸਿੰਘ ਜੀ ਘੋਲੀਏ ਵਾਲੇ, ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਰਾਗੀ ਸੁੱਧ ਸਿੰਘ ਜੀ, ਮਹੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਸੰਤ ਭਾਗ ਸਿੰਘ ਜੀ ਠੱਟੇ ਵਾਲੇ,
ਅਤੇ ਗੁਰਮੁਖ ਪਿਆਰੇ ਸੰਤ ਮਹਾਤਮਾ ਪੁੱਜੇ ਹੋਏ ਸਨ। ਜਥੇਦਾਰ ਗੁਰਦਿਆਲ ਸਿੰਘ ਜੀ ਨੂੰ ਭੋਪਾ ਰਾਏ ਦੇ ਗੁਰਦੁਆਰੇ ਦੀ ਜਥੇਦਾਰੀ ਦਾ ਸਿਰਪਾਓ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਤਾਂ ਵੱਲੋਂ ਆਰੰਭ ਕੀਤੀ ਗਈ ਸੰਥਾ ਕਥਾ ਜੋ ਵਿੱਚੇ ਰਹਿ ਗਈ ਸੀ, ਪੂਰੀ ਕਰਨ ਲਈ ਅਤੇ ਟਕਸਾਲ ਦੇ ਮੁਖੀ ਬਣ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਕੀਤੀ ਗਈ, ਜੋ ਉਹਨਾਂ ਪ੍ਰਵਾਨ ਕਰ ਲਈ। ਤਖਤਾਂ ਵੱਲੋਂ, ਸਾਧੂ ਸਮਾਜ ਵੱਲੋਂ, ਸੰਗਤਾਂ ਵੱਲੋਂ ਸਿਰੋਂ ਪਾਉ ਦਿੱਤੇ ਗਏ। ਸੰਤਾਂ ਦੀ ਯਾਦ ਵਿੱਚ 101 ਫੁੱਟ ਉੱਚਾ ਸ੍ਰੀ ਨਿਸ਼ਾਨ ਸਾਹਿਬ ਚੁਲਾਇਆ ਗਿਆ। ਪਿੱਛੋਂ ਜਥੇ ਦੇ ਸਿੰਘਾਂ ਵੱਲੋਂ 1.25 ਲੱਖ ਸ੍ਰੀ ਜਪਜੀ ਸਾਹਿਬ ਅਤੇ 1,90,000 ਜਾਪ ਸਾਹਿਬ ਦੇ ਪਾਠ ਕੀਤੇ ਗਏ। ਜਿਸ ਜਿਸ ਨੇ ਸੰਤਾਂ ਦੇ ਸਰੀਰ ਸ਼ਾਂਤ ਹੋਣ ਦੀ ਖਬਰ ਸੁਣੀ, ਆਪਣੇ ਦਿਲ ਨੂੰ ਫੜ ਕੇ ਬਹਿ ਗਿਆ। ਥਾਂ ਥਾਂ ਸੰਤਾਂ ਦੀ ਯਾਦ ਵਿੱਚ ਪਾਠ ਕੀਤੇ ਗਏ, ਅਰਦਾਸੇ ਸੋਧੇ ਗਏ। ਅਖਬਾਰਾਂ ਵਿੱਚ ਸੰਤਾਂ ਦੇ ਜੀਵਨ ਤੇ ਲੇਖ ਅਤੇ ਫੋਟੋ ਛਪੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 9 ਮਾਰਚ 1930 ਦੇ ਜਨਰਲ ਸਮਾਗਮ ਵਿੱਚ ਇਹ ਸ਼ੋਕ ਮਤਾ ਪਾਸ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਇਜਲਾਸ ਪ੍ਰਸਿੱਧ ਪੰਥ ਸੇਵਕ ਅਤੇ ਗੁਰਮੁਖ ਪਿਆਰੇ ਸੰਤ ਗਿਆਨੀ ਸੁੰਦਰ ਸਿੰਘ ਜੀ ਸਾਹਿਬ ਭਿੰਡਰਾਂ ਵਾਲਿਆਂ ਦੇ ਸੱਚਖੰਡ ਨਿਵਾਸ ਪਰ ਪੰਥ ਲਈ ਇੱਕ ਬਹੁਤ ਵੱਡਾ ਘਾਟਾ ਅਨੁਭਵ ਕਰਦਾ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿਖੇ ਅਰਦਾਸ ਕਰਦਾ ਹੈ ਕਿ ਉਹ ਪੰਥ ਵਿੱਚ ਇਸ ਪਏ ਘਾਟੇ ਨੂੰ ਆਪਣੀ ਕਿਰਪਾਲਤਾ ਦੁਆਰਾ ਪੂਰਾ ਕਰੇ। ਪਹਿਲੀ ਸੰਥਾ ਕਥਾ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ 10ਵੇਂ ਦੇ ਸਮਾਗਮ ਤੋਂ ਅਗਲੇ ਦਿਨ ਪਿੰਡ ਭੋਪਾ ਰਾਏ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਸੰਥਾ ਕਥਾ, ਜਿਸ ਨੂੰ ਸੰਤ ਜੀ ਮਾਝ ਦੀ ਵਾਰ ਦੀ ਚੌਥੀ ਪੌੜੀ ਤੱਕ ਆਪ ਕਰ ਗਏ ਸਨ, ਆਪਣੇ ਜਥੇ ਦੇ ਮੁਖੀ ਸਿੰਘਾਂ ਦੀ ਆਗਿਆ ਅਨੁਸਾਰ ਉਹ ਸੰਥਾ ਕਥਾ ਨੂੰ ਅੱਗੋਂ ਆਰੰਭ ਕਰਨ ਤੋਂ ਪਹਿਲਾਂ ਸੰਤ ਸੁੰਦਰ ਸਿੰਘ ਜੀ ਦਾ ਜੀਵਨ ਅਤੇ ਕੀਤੇ ਪਰ ਉਪਕਾਰਾਂ ਦਾ ਵਰਣਨ ਕੀਤਾ। ਬ੍ਰਹਮ ਗਿਆਨ ਅਤੇ ਗੁਰਮਤਿ ਦੀ ਵਿਦਿਆ ਪੜ੍ਹਾਈ ਦਾ ਵਿਸਥਾਰ ਕੀਤਾ। ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਸੰਥਾ ਕਥਾ ਭੋਪਾ ਰਾਏ ਵਿਖੇ ਵਿਦਿਆਰਥੀਆਂ, ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਹਰ ਰੋਜ਼ ਸਵੇਰੇ 6 ਵਜੇ ਤੋਂ 7:30 ਵਜੇ ਤੱਕ 1.5 ਘੰਟਾ ਸੁਣਾਇਆ ਕਰਦੇ। ਸਮਾਪਤੀ ਉਪਰੰਤ ਜਲ ਪਾਣੀ ਛਕ ਕੇ ਵਿਦਿਆਰਥੀ ਉਸ ਸੰਥਾ ਕਥਾ ਨੂੰ ਦੁਬਾਰਾ ਵਿਚਾਰਦੇ। ਜ਼ਰੂਰੀ ਅਤੇ ਮੁਸ਼ਕਲ ਅਰਥਾਂ ਦੇ ਨੋਟ ਆਪੋ ਆਪਣੀਆਂ ਕਾਪੀਆਂ ਤੇ ਉਤਾਰ ਲੈਂਦੇ। ਉਤਪੰਨ ਸ਼ੰਕਿਆਂ ਦੀ ਨਿਵਰਤੀ ਸਿਆਣੇ ਵਿਦਿਆਰਥੀ ਆਪ ਹੀ ਵਿਚਾਰ ਵਟਾਂਦਰੇ ਦੁਆਰਾ ਸੁਲਝਾ ਲੈਂਦੇ। ਜਿਹੜੇ ਸ਼ੰਕੇ ਫਿਰ ਵੀ ਰਹਿ ਜਾਂਦੇ, ਉਹਨਾਂ ਦੀ ਨਿਵਰਤੀ ਰਾਤ ਨੂੰ ਪ੍ਰਸ਼ਾਦਾ ਛਕਣ ਤੋਂ ਬਾਅਦ ਮੁਖੀ ਵਿਦਿਆਰਥੀ ਸੰਤਾਂ ਨੂੰ ਖੁਦ ਮਿਲ ਕੇ ਕਰ ਲੈਂਦੇ ਅਤੇ ਅਗਲੇ ਦਿਨ ਬਾਕੀ ਵਿਦਿਆਰਥੀਆਂ ਦੀ ਤਸੱਲੀ ਕਰਵਾ ਦਿਆ ਕਰਦੇ। ਦੁਪਹਿਰ ਤੱਕ ਵਿਦਿਆਰਥੀ ਆਪਣੀ ਸੰਥਾ ਪਕਾਉਣ ਅਤੇ ਲਿਖਣ ਪੜ੍ਹਨ ਵਿੱਚ ਰੁੱਝੇ ਰਹਿੰਦੇ। ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਕੁਝ ਸਮਾਂ ਆਰਾਮ ਕਰਦੇ ਅਤੇ ਫਿਰ ਉੱਠ ਕੇ ਇਸ਼ਨਾਨ ਕਰਕੇ ਸਾਵਧਾਨ ਹੋ ਕੇ ਸ਼ਾਮ ਦੇ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ। ਸੰਤ ਜੀ ਸ਼ਾਮ ਦੇ ਦੀਵਾਨ ਵਿੱਚ ਵਿਦਿਆਰਥੀਆਂ ਦੀ ਸੰਥਾ ਹਿੱਤ ਅਤੇ ਸੰਗਤਾਂ ਦੇ ਸੁਣਨ ਹਿੱਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਬੜੇ ਰਸ ਭਿੰਨੇ ਸ਼ਬਦਾਂ ਵਿੱਚ ਐਸੇ ਪਿਆਰ ਨਾਲ ਕਰਦੇ ਕਿ ਸਰੋਤਿਆਂ ਨੂੰ ਇਤਿਹਾਸਕ ਵਿਅਕਤੀਆਂ ਦੇ ਸੱਚਮੁੱਚ ਹੀ ਦਰਸ਼ਨ ਹੋ ਜਾਂਦੇ। ਘਟਨਾਵਾਂ
ਅੰਤਰ ਆਤਮੇ ਉਕਰੀਆਂ ਜਾਂਦੀਆਂ ਅਤੇ ਸਦੀਵੀ ਯਾਦ ਬਣ ਜਾਂਦੀਆਂ। ਆਮ ਵਿਦਿਆਰਥੀਆਂ ਤੋਂ ਇਲਾਵਾ ਜਥੇਦਾਰ ਗੁਰਦਿਆਲ ਸਿੰਘ ਜੀ, ਸੰਤ ਅਜਾਇਬ ਸਿੰਘ ਜੀ, ਸੰਤ ਨਾਰਾਇਣ ਸਿੰਘ ਜੀ, ਭਾਈ ਹਜੂਰਾ ਸਿੰਘ ਜੀ ਅਤੇ ਬਾਬਾ ਧੰਨਾ ਸਿੰਘ ਜੀ ਆਦਿ ਵੱਡੇ ਸੰਤਾਂ ਦੇ ਮੁਖੀ ਸੇਵਕ ਸਾਰੇ ਇਕੱਠੇ ਰਹਿ ਕੇ ਦੋਨੋਂ ਸਮੇਂ ਦੀ ਕਥਾ ਦਾ ਆਨੰਦ ਮਾਣਦੇ ਰਹੇ ਅਤੇ ਗੁਰਬਾਣੀ ਦੇ ਅਰਥਾਂ ਦਾ ਅਭਿਆਸ ਕਰਦੇ ਰਹੇ। ਸੰਗਤ ਦੇ ਲੰਗਰ ਅਤੇ ਰਿਹਾਇਸ਼ ਆਦਿ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਜਥੇਦਾਰ ਗੁਰਦਿਆਲ ਸਿੰਘ ਜੀ ਸਫਲਤਾ ਪੂਰਵਕ ਨਿਭਾਉਂਦੇ ਰਹੇ। ਸੁੰਦਰ ਰਸੀਲਾ ਕੀਰਤਨ ਸੰਤ ਅਜਾਇਬ ਸਿੰਘ ਜੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਇਹ ਸਾਰੀ ਕਥਾ ਗੋਪਾ ਰਾਏ ਦੇ ਗੁਰਦੁਆਰੇ ਹੀ ਸੰਪੂਰਨ ਕੀਤੀ। ਸਵੇਰ ਦੀ ਕਥਾ ਤੋਂ ਬਾਅਦ ਇਰਦ ਗਿਰਦ ਦੇ ਨਗਰਾਂ, ਪਿੰਡਾਂ ਜਾਂ ਸ਼ਹਿਰਾਂ ਵਿੱਚ ਵੀ ਦੁਪਹਿਰ ਦੇ ਦੀਵਾਨ ਸਜਾਉਂਦੇ, ਗੁਰਮਤਿ ਪ੍ਰਚਾਰ ਕਰਦੇ ਅਤੇ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਰਹੇ। ਸ਼ਾਮ ਦੀ ਸੰਥਾ ਕਥਾ ਸਮੇਂ ਵਾਪਸ ਮੁੜ ਆਉਂਦੇ। ਜੇ ਕਿਸੇ ਸਾਲਾਨਾ ਜਾਂ ਜ਼ਰੂਰੀ ਦੀਵਾਨ ਹਿੱਤ ਬਾਹਰ ਜਾਣਾ ਹੁੰਦਾ ਤਾਂ ਸ਼ਾਮ ਦੀ ਸੰਥਾ ਕਥਾ ਨਾ ਕਰਦੇ, ਪਰ ਸੁਬਾਹ ਦੀ ਸੰਥਾ ਕਥਾ ਬੋਪਾ ਰਾਏ ਹੀ ਕਰਨ ਦਾ ਨਿਯਮ ਪੱਕਾ ਰੱਖਿਆ। ਇਸ ਕਥਾ ਦੌਰਾਨ ਜਥੇ ਦੇ ਸਾਰੇ ਸਿੰਘਾਂ ਪਾਸੋਂ ਸੇਵਾ ਤੇ ਭਜਨ ਸਿਮਰਨ ਵੀ ਕਰਵਾਉਂਦੇ ਰਹੇ। ਸ੍ਰੀ ਸਹਿਜ ਪਾਠ ਤੇ ਸ੍ਰੀ ਅਖੰਡ ਪਾਠ ਵੀ ਸਿੰਘ ਕਰਦੇ, ਆਪ ਵੀ ਨਾਲ ਸ਼ਾਮਲ ਹੁੰਦੇ, ਜਿਸ ਦਾ ਮਕਸਦ ਸਿੰਘਾਂ ਅੰਦਰ ਗੁਰਬਾਣੀ ਦੀ ਸਰਲਤਾ ਅਤੇ ਸ਼ੁੱਧਤਾ ਦੇ ਨਾਲ ਨਾਲ ਅਰਥਾਂ ਨੂੰ ਸਮਝਣ ਤੇ ਭਜਨ ਸਿਮਰਨ ਦੀ ਰੁਚੀ ਨੂੰ ਦ੍ਰਿੜ ਕਰਨਾ ਵੀ ਸੀ। ਜੋ ਸੰਤ ਸੁੰਦਰ ਸਿੰਘ ਜੀ ਵੱਲੋਂ ਮਾਝ ਦੀ ਵਾਰ ਦੀ ਚੌਥੀ ਪੌੜੀ ਤੱਕ ਕੀਤੀ ਸੰਥਾ ਕਥਾ, ਆਪ ਨੇ ਸੰਤਾਂ ਦੇ ਦੁਸਹਿਰੇ ਤੋਂ ਅਗਲੇ ਦਿਨ 5 ਫੱਗਣ ਮੁਤਾਬਕ 16 ਫਰਵਰੀ 1930 ਈਸਵੀ ਨੂੰ ਆਰੰਭ ਕੀਤੀ ਸੀ। ਅਗਲੇ ਸਾਲ 4 ਫੱਗਣ ਮੁਤਾਬਕ 15 ਫਰਵਰੀ 1931 ਈਸਵੀ ਨੂੰ ਸੰਤਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਸਜੇ 2, 3 ਅਤੇ 4 ਫੱਗਣ ਦੇ ਸਾਲਾਨਾ ਜੋੜ ਮੇਲੇ ਦੇ ਅੰਤਲੇ ਦਿਨ ਸੁਬਹ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਸੰਗਤਾਂ ਦੇ ਭਾਰੀ ਇਕੱਠ ਵਿੱਚ ਗੁਰਦੁਆਰਾ ਸੱਚਖੰਡ ਬੋਪਾ ਰਾਏ ਵਿਖੇ ਭੋਗ ਪਾਇਆ। ਇਹ ਆਪ ਦੀ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਸੁਣਾਈ ਪਹਿਲੀ ਕਥਾ ਸੀ, ਜਿਸ ਦਾ ਜੋੜ ਮੇਲੇ ਸਮੇਂ ਆਏ ਸੰਤਾਂ, ਮਹੰਤਾਂ, ਗੁਣੀ ਗਿਆਨੀਆਂ, ਵਿਦਵਾਨਾਂ ਅਤੇ ਪੰਥ ਦਰਦੀਆਂ ਆਨੰਦ ਮਾਣਿਆ ਅਤੇ ਮਹਿਸੂਸ ਕੀਤਾ ਕਿ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਸਰੀਰ ਤਿਆਗ ਜਾਣ ਨਾਲ ਜੋ ਪੰਥ ਨੂੰ ਘਾਟਾ ਪਿਆ ਸੀ, ਉਸ ਘਾਟੇ ਨੂੰ ਸਤਿਗੁਰੂ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਰਾਹੀਂ ਪੂਰਾ ਕਰਨ ਦੀ ਕਿਰਪਾਲਤਾ ਕਰਨਗੇ। ਸੰਤ ਜੀ ਦਾ ਨਿਤ ਕਰਮ। ਸੰਤ ਜੀ ਰਾਤ ਦੇ 2 ਵਜੇ ਉੱਠ ਕੇ 2-3 ਵਾਰ ਵਾਹਿਗੁਰੂ 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 ਕਹਿੰਦੇ ਸੁਣ ਕੇ ਸੇਵਾਦਾਰ ਉੱਠ ਕੇ ਜਲ ਵਰਤਾ ਦਿੰਦਾ। 5 ਇਸ਼ਨਾਨਾ ਕਰਕੇ ਧਿਆਨ ਜੋੜ ਕੇ ਬੈਠ ਜਾਂਦੇ। 4 ਵਜੇ ਕਿਰਿਆ ਸੋਧਣ ਵਾਸਤੇ ਬਾਹਰ ਨੂੰ ਜਾਂਦੇ। ਬਾਹਰੋਂ ਆ ਕੇ ਹੱਥਾਂ ਦੀ ਸਫਾਈ ਵਾਸਤੇ ਮੰਜੇ ਤੇ ਬੈਠ ਜਾਂਦੇ। ਇੱਕ ਸਿੰਘ ਹੱਥਾਂ ਤੇ ਰੇਤ ਪਾਈ ਜਾਂਦਾ ਤੇ ਦੂਸਰਾ ਪਾਣੀ ਪਾਈ ਜਾਂਦਾ ਸੀ। ਇਸ ਤਰ੍ਹਾਂ ਹੱਥ ਮਾਂਜਦਿਆਂ ਅੱਧਾ ਕੁ ਘੰਟਾ ਸਮਾਂ ਲੱਗ ਜਾਂਦਾ ਸੀ। ਇਉਂ ਤਕਰੀਬਨ 10-12 ਕਿਲੋ ਰੇਤ ਨਾਲ ਹੱਥ ਮਾਂਜਦੇ ਸਨ। ਸਿਆਲ ਵਿੱਚ ਵੀ ਇਸੇ ਤਰ੍ਹਾਂ ਨੰਗੇ ਪਿੰਡੇ ਬੈਠ ਕੇ ਹੱਥ ਮਾਂਜਦੇ ਰਹਿੰਦੇ। ਫਿਰ ਇਸ਼ਨਾਨ ਕਰਦੇ ਵੀ ਅੱਧਾ ਘੰਟਾ ਜ਼ਰੂਰ ਲਾਉਂਦੇ ਸਨ। ਘੱਟ ਤੋਂ ਘੱਟ 100 ਬਾਲਟੀਆਂ ਤਾਂ ਪਾਣੀ ਦੀਆਂ ਭਰ ਕੇ ਸਰੀਰ ਉੱਪਰ ਜ਼ਰੂਰ ਪਵਾਉਂਦੇ ਸਨ।
ਫਿਰ ਆਪਣੇ ਆਸਣ ਤੇ ਆ ਕੇ ਨਿਤਨੇਮ ਕਰਦੇ। ਫਿਰ ਕੇਸਾਂ ਤੇ ਦਾਹੜੇ ਵਿੱਚ ਬਹੁਤ ਚਿਰ ਕੰਘਾ ਕਰਦੇ ਰਹਿੰਦੇ। ਸਾਧ ਸੰਗਤ ਜੀਓ, ਇੱਥੇ ਇੱਕ ਗੱਲ ਦੱਸੀ ਗਈ ਹੈ ਟੂਕ ਰੂਪ ਵਿੱਚ ਕਿ ਸਿਆਣਿਆਂ ਦਾ ਵਿਚਾਰ ਹੈ ਕਿ ਵੱਧ ਸਮਾਂ ਕੰਘਾ ਕਰਨ ਨਾਲ ਕੇਸਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਕੇ ਕੇਸਾਂ ਦੇ ਉਖੜਨ ਤੋਂ ਬਚਾ ਰਹਿੰਦਾ ਹੈ ਅਤੇ ਦਿਮਾਗ ਦੀ ਮਾਲਿਸ਼ ਹੋ ਜਾਣ ਤੋਂ ਦਿਮਾਗ ਸਵਸਥ ਅਤੇ ਹੁਸ਼ਿਆਰ ਹੋ ਜਾਂਦਾ ਹੈ। ਸਾਧ ਸੰਗਤ ਜੀ, ਇਹ ਮਹਾਤਮ ਹੈ ਕੰਘਾ ਕਰਨ ਦਾ ਸਰੀਰਕ ਤੌਰ ਤੇ। ਸੋ ਰਹੋ ਵਿਚਾਰ। ਹੁਣ ਆਪਾਂ ਅੱਗੇ ਪੜ੍ਹੀਏ। ਜਿਵੇਂ ਮਹਾਂਪੁਰਖ ਫਿਰ ਕੇਸਾਂ ਤੇ ਦਾਹੜੇ ਵਿੱਚ ਬਹੁਤ ਚਿਰ ਕੰਘਾ ਕਰਦੇ ਰਹਿੰਦੇ, ਉਪਰੰਤ ਦਸਤਾਰ ਸਜਾ ਕੇ ਰੁੱਤ ਅਨੁਸਾਰ ਜਲ ਪਾਣੀ ਦੁੱਧ ਜਾਂ ਦਹੀਂ ਲੱਸੀ ਛਕ ਕੇ ਫਿਰ ਕਥਾ ਕਰਨ ਜਾਂਦੇ। ਕਥਾ ਕਰਦਿਆਂ ਤਕਰੀਬਨ 9:15 ਵੱਜ ਜਾਂਦੇ। ਫਿਰ ਉੱਥੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਆਪਣਾ ਨਿਤਨੇਮ ਕਰਨ ਲੱਗ ਜਾਂਦੇ। ਇਹ ਨਿਤਨੇਮ ਕਿਸੇ ਖਾਸ ਬਾਣੀ ਦਾ ਨਹੀਂ ਹੁੰਦਾ ਸੀ। ਕਦੇ ਕਿਤੋਂ 2-2 4-4 ਪੱਤਰੇ ਪੜ੍ਹਦੇ ਰਹਿੰਦੇ। ਜਿਤਨਾ ਚਿਰ ਨਿਤਨੇਮ ਕਰਦੇ ਉਤਨਾ ਚਿਰ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਸਨ। ਗੱਲ ਨਾ ਕਰਨ ਦਾ ਭਾਵ ਇਹ ਸੀ ਕਿ ਕਥਾ ਦਾ ਰਸ ਉਸੇ ਤਰ੍ਹਾਂ ਹੀ ਬਣਿਆ ਰਹੇ। ਕਈ ਵਾਰ ਤਾਂ ਇੱਕ ਓੰਕਾਰ ਨੂੰ ਹੀ ਕਈ ਵਾਰ ਸੁਰਤ ਜੋੜ ਕੇ ਪੜ੍ਹੀ ਜਾਂਦੇ। ਇਹ ਸਾਰਾ ਨਿਤਨੇਮ ਚੌਂਕੜਾ ਮਾਰ ਕੇ ਕਰਦੇ ਸਨ। ਨਿਤਨੇਮ ਕਰਕੇ ਫਿਰ ਖੜੇ ਹੋ ਜਾਂਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਚੌਰ ਕਰਦੇ। ਨਾਲ ਨਾਲ ਇਹ ਕਹੀ ਜਾਂਦੇ, ਗੁਰੂ ਨਾਨਕ ਸਾਹਿਬ ਜੀ, ਮੈਂ ਤੇਰਾ ਹਾਂ, ਮੈਂ ਤੇਰਾ ਹਾਂ, ਮੈਂ ਤੇਰਾ ਹਾਂ। ਦਸਾਂ ਪਾਤਸ਼ਾਹੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਇਸ ਤਰ੍ਹਾਂ ਕਹਿ ਕੇ ਫਿਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਸੇ ਤਰ੍ਹਾਂ ਕਹੀ ਜਾਣਾ। ਅੱਧੇ ਘੰਟੇ ਦੇ ਕਰੀਬ ਇਸੇ ਤਰ੍ਹਾਂ ਹੀ ਕਹੀ ਜਾਂਦੇ। ਉਸ ਵੇਲੇ ਸੰਤ ਜੀ ਦੇ ਚਿਹਰੇ ਦਾ ਜਾਹੋ ਜਲਾਲ ਵੇਖਣ ਵਾਲਾ ਹੀ ਹੁੰਦਾ ਸੀ। ਚਿਹਰੇ ਤੇ ਚੜ੍ਹਦੇ ਸੂਰਜ ਵਰਗੀ ਲਾਲੀ ਹੁੰਦੀ ਸੀ ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਚਿਹਰੇ ਵਿੱਚੋਂ ਇਲਾਹੀ ਨੂਰ ਹੀ ਵਰਸ ਰਿਹਾ ਹੋਵੇ। ਫਿਰ ਅਰਦਾਸ ਉਪਰੰਤ ਬਾਹਰ ਆ ਕੇ ਲਘੂ ਕਿਰਿਆ ਕਰਕੇ ਜਲ ਵਰਤੇ ਬਗੈਰ ਕਮਰ ਕੱਸਾ ਨਹੀਂ ਸਨ ਕੱਸਦੇ। ਜੇ ਦਿਨ ਵਿੱਚ ਕਦੇ ਦੀਰਘ ਕਿਰਿਆ ਟੋਇਲਟ ਕਰਦੇ ਤਾਂ ਇਸ਼ਨਾਨ ਉਸੇ ਵੇਲੇ ਕਰਦੇ ਸਨ। ਐਸੀ ਸੁਚਮ ਸੀ। ਆਪਣੇ ਕੱਪੜਿਆਂ ਨੂੰ ਆਪਣਾ ਅਤੇ ਕਿਸੇ ਦੂਜੇ ਦਾ ਝੂਠਾ ਮਿੱਠਾ ਹੱਥ ਨਹੀਂ ਸਨ ਲੱਗਣ ਦਿੰਦੇ। ਫਿਰ ਅਰਦਾਸ ਉਪਰੰਤ ਜਲ ਵਰਤ ਕੇ ਪ੍ਰਸ਼ਾਦਾ ਛਕਣ ਜਾਂਦੇ। ਜਥੇ ਦੇ ਸਿੰਘ ਕੀਰਤਨ ਕਰਦੇ ਜਾਂਦੇ। ਫਿਰ ਸਿੰਘਾਂ ਨੂੰ ਆ ਕੇ ਛੋਟੇ ਗ੍ਰੰਥ ਪੜ੍ਹਾਉਂਦੇ। ਜੇ ਗਰਮੀ ਦੀ ਰੁੱਤ ਹੁੰਦੀ ਤਾਂ ਦੁਪਹਿਰ ਵਕਤ ਘੰਟਾ ਕੋ ਆਰਾਮ ਕਰਦੇ। ਸਿਆਲ ਵਿੱਚ ਤਾਂ ਦਿਨ ਛੋਟੇ ਹੋਣ ਕਰਕੇ ਦਿਨੇ ਪੈਣ ਦਾ ਵਕਤ ਹੀ ਨਹੀਂ ਸੀ ਮਿਲਦਾ। ਫਿਰ ਸ਼ਾਮ ਦੀ ਕਥਾ ਕਰਨ ਚਲੇ ਜਾਣਾ। ਕਈਆਂ ਸ਼ਬਦਾਂ ਦੇ ਕਈ ਕਠਿਨ ਅਰਥ ਕਰਦਿਆਂ ਵੀ ਸਾਰੇ ਸਿੰਘਾਂ ਵਿੱਚ ਨਿਗਾਹ ਹੁੰਦੀ ਸੀ। ਜੇ ਕਿਸੇ ਨੇ ਪਰਨੇ ਤੋਂ ਬਿਨਾਂ ਕੰਨ ਵਿੱਚ ਜਾਂ ਨੱਕ ਵਿੱਚ ਉਂਗਲ ਫੇਰ ਲਈ ਤਾਂ ਉਸ ਵੇਲੇ ਉਸ ਨੂੰ ਟੋਕ ਦੇਣਾ। ਪੈਰਾਂ ਤੇ ਮੂੰਹ ਨੂੰ ਹੱਥ ਲਾਉਣਾ ਤਾਂ ਦੂਰ ਦੀ ਗੱਲ ਹੈ। ਕਥਾ ਕਰਕੇ ਆਸਣ ਤੱਕ ਆਉਂਦਿਆਂ ਜੇ ਕਿਸੇ ਨੇ ਕੋਈ ਖਾਸ ਗੱਲ ਕਰਨੀ ਹੁੰਦੀ ਤਾਂ ਕਰ ਲੈਂਦਾ ਸੀ। ਨਹੀਂ ਤਾਂ ਜਦ ਆਪਣੇ ਪਲੰਗ ਤੋਂ ਉੱਚੇ ਆਸਣ ਤੇ ਸਿੰਘਾਂ ਨੂੰ ਬਿਠਾ ਕੇ ਉਸ ਤੋਂ ਨਿਤਨੇਮ ਸੁਣਨਾ ਸ਼ੁਰੂ ਕਰ ਦਿੰਦੇ ਤਾਂ ਕਿਸੇ ਨਾਲ ਬੋਲਦੇ ਨਹੀਂ ਸਨ। 5 ਬਾਣੀਆਂ ਤੋਂ ਇਲਾਵਾ ਸ੍ਰੀ ਆਸਾ ਜੀ ਦੀ ਵਾਰ,
ਸ੍ਰੀ ਸੁਖਮਨੀ ਸਾਹਿਬ 12 ਮਾਹਾ ਮਾਝ। ਕਈ ਵਾਰ ਭੱਟਾਂ ਦੇ ਸਵਈਏ ਤੇ ਅਕਾਲ ਉਸਤਤ ਵੀ ਸੁਣਦੇ। 10:30 ਵਜੇ ਤੱਕ ਨਿਤਨੇਮ ਸੁਣ ਲੈਂਦੇ ਤੇ ਫਿਰ ਪ੍ਰਸ਼ਾਦਾ ਛਕਦੇ। ਕੀਰਤਨ ਸੁਹਿਲਾ ਪੜ੍ਹਦਿਆਂ 11 ਹੀ ਵਜਾ ਦਿੰਦੇ, ਫਿਰ ਆਰਾਮ ਕਰਦੇ। ਇਹ ਉਹਨਾਂ ਦਾ ਰੋਜ਼ਾਨਾ ਨਿਤਨੇਮ ਸੀ। ਵਿਹਲ ਸਮਾਂ ਤਾਂ ਉਹਨਾਂ ਪਾਸ ਕੋਈ ਹੈ ਹੀ ਨਹੀਂ ਸੀ। ਇਸ ਗੱਲ ਦੀ ਕਿਸੇ ਨੂੰ ਕੋਈ ਸਮਝ ਨਹੀਂ ਪੈ ਸਕੀ ਕਿ ਉਹਨਾਂ ਦਾ ਦਿਮਾਗ ਕਿਤਨਾ ਅਣਥੱਕ ਸੀ। ਕਈ ਵਾਰ ਕਿਸੇ ਖਾਸ ਕੰਮ ਕਰਕੇ ਜਾਂ ਕਿਸੇ ਸਿੰਘ ਨੂੰ ਬਾਹਰ ਜਾਣਾ ਪੈਂਦਾ ਤਾਂ ਜਿਹੜੀ ਕਥਾ ਉਸ ਦੇ ਸੁਣਨ ਤੋਂ ਰਹਿ ਜਾਂਦੀ ਤਾਂ ਉਸ ਨੂੰ ਇਕੱਲਿਆਂ ਕਮਰੇ ਵਿੱਚ ਬਿਠਾ ਕੇ 20 ਪੱਤਰਿਆਂ ਦੀ ਕਥਾ ਸੁਣਾ ਕੇ ਉਸ ਦਾ ਘਾਟਾ ਪੂਰਾ ਕਰ ਦਿੰਦੇ। ਕਈ ਘੰਟੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਸਨ। ਕੋਈ ਥਕੇਵਾਂ ਨਹੀਂ ਹੁੰਦਾ ਸੀ।